ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਟੀਨ ਕੌਰ। ਕਿਊਬੈਕ ਦੇ 3 ਪ੍ਰਾਈਵੇਟ ਕਾਲਜਸ ਵੱਲੋਂ ਹਾਲ ਹੀ ਦੇ ਵਿੱਚ ਬੈਂਕਰਪਸੀ ਡਿਕਲੇਅਰ ਕੀਤੀ ਗਈ ਹੈ। ਦੱਸ ਦਈਏ ਕਿ ਇਹਨਾਂ ਕਾਲਜਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕੌਮਾਂਤਰੀ ਵਿਦਿਆਰਥੀ ਸਨ ਅਤੇ 95% ਵਿਦਿਆਰਥੀ ਭਾਰਤ ਤੋਂ ਸਨ। ਇਸ ਵੇਲੇ ਇਹ ਵਿਦਿਆਰਥੀ ਆਪਣੇ ਵਰਕ ਪਰਮਿਟ, ਆਪਣੀ ਫੀਸ ਦੀ ਰਿਫੰਡ ਅਤੇ ਟ੍ਰਾਂਸਕ੍ਰਿਪਟਸ ਦੀ ਆਸ ਦੇ ਵਿੱਚ ਬੈਠੇ ਹਨ। ਇਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼। ਕਿਊਬੈਕ ਦੇ 3 ਪ੍ਰਾਈਵੇਟ ਕਾਲਜਸ ਨੇ ਬੈਂਕਰਪਸੀ ਡਿਕਲੇਅਰ ਕਰਕੇ ਕੌਮਾਂਤਰੀ ਵਿਦਿਆਰਥੀਆਂ ਦਾ ਭਵਿੱਖ ਖਤਰੇ ਦੇ ਵਿੱਚ ਪਾ ਦਿੱਤਾ ਹੈ। ਇਸ ਵੇਲੇ ਸੈਂਕੜੇ ਕੌਮਾਂਤਰੀ ਵਿਦਿਆਰਥੀ ਕੈਨੇਡਾ ਅਤੇ ਭਾਰਤ ਦੇ ਵਿੱਚ ਬੈਠੇ ਹਨ, ਜਿਨ੍ਹਾਂ ਤੋਂ ਕਾਲਜਸ ਨੇ ਹਜ਼ਾਰਾਂ ਡਾਲਰ ਦੀ ਵਸੂਲੀ ਕੀਤੀ ਅਤੇ ਅਗਾਊਂ ਵਿਉਂਤਬੰਦੀ ਦੇ ਨਾਲ ਆਪਣੇ ਤਿੰਨੇ ਕਾਲਜਾਂ ਨੂੰ ਦਿਵਾਲੀਆ ਦਿਖਾ ਕੇ ਇੱਕ ਵੱਡੀ ਧੋਖਾਧੜੀ ਨੂੰ ਅੰਜਾਮ ਦਿੱਤਾ। ਇਹਨਾਂ ਕਾਲਜਸ ਦੇ ਵਿੱਚ ਐਮ ਕਾਲਜ, CDE ਅਤੇ SSQ ਕਾਲਜ ਸ਼ਾਮਿਲ ਹਨ, ਜਿਸ ਦੇ ਮਾਲਕ ਨਵੀਨ ਅਤੇ ਕੈਰਲ ਨੇ। ਕੈਰਨ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਅਤੇ ਨਵੀਨ ਧੋਖਾਧੜੀ ਕਰਕੇ ਫਰਾਰ ਹੈ। ਦੱਸ ਦਈਏ ਕਿ ਇਹਨਾਂ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੇ 13 ਮੈਂਬਰੀ ਕਮੇਟੀ ਬਣਾਉਣ ਸਣੇ ਕਈ ਅਹਿਮ ਫੈਸਲੇ ਲਏ ਹਨ। ਜ਼ਿਕਰਯੋਗ ਹੈ ਕਿ ਮੌਂਟਰੀਅਲ ਦੇ ਇਹ ਤਿੰਨੋਂ ਕਾਲਜ ਰਾਈਜ਼ਿੰਗ ਫੀਨਿਕਸ ਇੰਟਰਨੈਸ਼ਨਲ ਫਰਮ ਦੇ ਅਧੀਨ ਹਨ ਅਤੇ ਇਹਨਾਂ ਤਿੰਨੋਂ ਕਾਲਜਸ ਦੇ ਵਿੱਚ 95% ਵਿਦਿਆਰਥੀ ਭਾਰਤ ਤੋਂ ਹਨ। ਦੱਸ ਦਈਏ ਕਿ ਇੰਟਰਨੈਸ਼ਨਲ ਸਟੂਡੈਂਟਸ ਆਪਣੀ ਲਗਭਗ 2 ਸਾਲ ਦੀ ਪੜ੍ਹਾਈ ਲਈ $30,000 ਦੇ ਕਰੀਬ ਫੀਸ ਭਰਦੇ ਹਨ ਤੇ ਇਸ ਵੇਲੇ ਇਹ ਸਾਰੇ ਵਿਦਿਆਰਥੀ ਆਪਣੇ ਰਿਫੰਡਸ ਲਈ, ਆਪਣੀ ਟ੍ਰਾਂਸਕ੍ਰਿਪਟਸ ਲਈ ਅਤੇ ਵਰਕ ਪਰਮਿਟਸ ਦੀ ਆਸ ਦੇ ਵਿੱਚ ਬੈਠੇ ਹਨ। ਇਸ ਪੂਰੇ ਮਾਮਲੇ ਸੰਬੰਧੀ ਸਾਡੇ ਨਾਲ ਲਾਈਨ ਤੇ ਹਾਜ਼ਰ ਹਨ ਐਮ ਕਾਲਜ ਦੇ ਇੰਟਰਨੈਸ਼ਨਲ ਸਟੂਡੈਂਟ ਗੁਰਵਿੰਦਰ ਸਿੰਘ ਤੇ ਨਾਲ ਹੀ ਮੌਜੂਦ ਹਨ CCSQ ਕਾਲਜ ਤੋਂ ਦੀਪਾਕਸ਼ੀ ਭੰਡਾਰੀ, CDE ਕਾਲਜ ਤੋਂ ਮਨਜੋਤ ਸਿੰਘ ਤੇ ਨਾਲ ਹੀ ਗੁਰਵਿੰਦਰ ਸਿੰਘ ਮੌਜੂਦ ਹਨ ਇੰਡੀਆ ਤੋਂ, ਜਿਹੜੇ ਬੱਚਿਆਂ ਨੇ ਐਡਮਿਸ਼ਨ ਲਈ ਉਹਨਾਂ ਨੂੰ ਰਿਪਰੈਜ਼ੈਂਟ ਕਰਨਗੇ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ PTC ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਮੈਮ। ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਇਸ ਵੇਲੇ ਕਿਊਬੈਕ ਤੇ ਜਿਹੜੇ 3 ਪ੍ਰਾਈਵੇਟ ਕਾਲਜਸ ਨੇ ਆਪਣੀ ਕ੍ਰੈਡੀਟਰ ਪ੍ਰੋਟੈਕਸ਼ਨ ਫਾਈਲ ਕੀਤੀ ਹੈਗੀ ਹੈ, ਉਸ ਉੱਤੇ ਤੁਹਾਡਾ ਕੀ ਰਿਐਕਸ਼ਨ ਸੀਗਾ? ਫਸਟ ਮੈਂ ਤੁਹਾਨੂੰ ਥੈਂਕਸ ਕਹੂੰਗਾ ਕਿ ਮੈਂ ਕਾਫੀ ਟਾਈਮ ਤੋਂ ਇਸ ਇਸ਼ੂ ਨੂੰ ਮਤਲਬ ਉਠਾ ਰਿਹਾ ਸੀਗਾ, ਬਟ ਕਿਸੇ ਨੇ ਵੀ ਅਪਰੋਚ ਨਹੀਂ ਕੀਤੀ। ਸੋ PTC ਕੈਨੇਡਾ ਇਜ਼ ਦਾ ਫਸਟ ਚੈਨਲ ਜਿਹਨੇ ਮੈਨੂੰ ਖੁਦ ਮੈਸੇਜ ਕੀਤਾ ਕਿ ਤੁਸੀਂ ਅਗਰ ਆਪਣਾ ਇਸ਼ੂ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰੋ। ਤਾਂ ਮੈਮ ਤੇ ਮੈਂ ਕਾਫੀ ਟਾਈਮ ਤੋਂ ਮੈਸੇਜਿਸ 'ਚ ਗੱਲ ਕਰ ਰਹੇ ਸੀਗੇ। ਸੋ ਫਾਈਨਲੀ ਅੱਜ ਆਪਾਂ ਬੈਠੇ ਤਾਂ ਮੈਮ ਦਾ ਥਿੰਗ ਇਜ਼ ਕਿ ਜਦੋਂ ਮੇਰੇ ਬ੍ਰਦਰ ਜੋ ਜਸਕਰਨ ਹੈਗਾ ਔਰ ਬਾਕੀ ਜੋ ਇੰਡੀਆ ਦੇ ਸਟੂਡੈਂਟਸ ਹੈਗੇ ਆ ਜਿਨ੍ਹਾਂ ਨੇ ਐਮ ਕਾਲਜ ਲਈ ਆਪਣਾ ਅਪਲਾਈ ਕੀਤਾ ਸੀਗਾ, ਦ ਟਾਈਮ ਵੀ ਅਪਲਾਈਡ, ਮਤਲਬ ਉਸ ਟਾਈਮ ਇੱਦਾਂ ਦਾ ਕੋਈ ਇਸ਼ੂ ਨਹੀਂ ਸੀਗਾ ਕਿ ਲਾਈਕ ਐਮ ਕਾਲਜ ਦੇ ਵੀਜ਼ਾਸ ਵੀ ਆ ਰਹੇ ਸੀਗੇ, ਐਵਰੀਥਿੰਗ ਵਾਸ ਪਰਫੈਕਟ ਔਰ ਸਟੂਡੈਂਟਸ ਵੀ ਕਾਫੀ ਇੰਟਰਸਟਡ ਸੀਗੇ ਉਸ ਟਾਈਮ ਮੌਂਟਰੀਅਲ ਲਈ, ਕਿਉਂਕਿ ਜਿੱਦਾਂ ਦਾ ਸਾਨੂੰ ਇੱਥੇ ਦੱਸਿਆ ਗਿਆ ਕਿ ਉੱਥੇ PR ਦੀ ਆਪਸ਼ਨਸ ਈਜ਼ੀ ਉੱਥੇ ਹੈਗੇ ਆ, ਫਲੈਕਸੀਬਲ ਆ ਉੱਥੇ ਦੇ ਰੂਲਸ PR ਵਾਸਤੇ। ਸੋ ਸਟੂਡੈਂਟਸ ਮੋਸਟਲੀ ਮਤਲਬ ਕਨਵਿੰਸ ਸੀਗੇ ਇਸ ਕਾਲਜ ਤੋਂ। ਬਟ ਜਿੱਦਾਂ ਹੀ ਅਸੀਂ ਫਾਈਲ ਲਾਂਚ ਕੀਤੀ ਆ ਉਸ ਤੋਂ ਬਾਅਦ ਜਿੱਦਾਂ ਸਾਡੇ ਡਿਸੀਜ਼ਨ ਡਿਲੇ ਹੁੰਦੇ ਗਏ, ਈਵਨ IRCC ਤੋਂ ਵੀ ਔਰ ਈਵਨ ਸਾਡੀ AIP ਅਪਰੂਵਲ ਹੋਣ ਤੋਂ ਬਾਅਦ ਵੀ ਜਿੱਦਾਂ 1 ਔਰ 1.5 ਸਾਲ ਬਾਅਦ ਮੋਸਟਲੀ ਸਟੂਡੈਂਟਸ ਦੇ ਮਿਨੀਮਮ 1 ਸਾਲ ਤਾਂ ਲੱਗਾ ਹੈ, 1 ਔਰ 1.5 ਸਾਲ ਦੇ ਬਾਅਦ ਸਾਡੇ ਵੀਜ਼ਾਸ ਰਿਫਿਊਜ਼ ਕਰ ਦਿੱਤੇ ਗਏ। ਈਵਨ AIP ਅਪਰੂਵਲ ਵੀ ਆ ਚੁੱਕੀਆਂ ਸੀਗੀਆਂ ਤੇ ਮਤਲਬ ਕਈ ਸਟੂਡੈਂਟਸ ਨੇ ਆਨਲਾਈਨ ਕਲਾਸਿਸ ਵੀ ਲਗਾਈਆਂ, ਕਈ ਸਟੂਡੈਂਟਸ ਮਤਲਬ ਆਪਣੀ CAQ ਦੀ ਵੇਟ ਕਰਦੇ ਰਹੇ, ਕਈ ਸਟੂਡੈਂਟ ਆਪਣੇ ਵੀਜ਼ਾ ਡਿਸੀਜ਼ਨ ਦੀ ਵੇਟ ਕਰਦੇ, ਪਰ ਫਾਈਨਲੀ ਉਹਨਾਂ ਦੇ ਵੀਜ਼ਾਸ ਰਿਫਿਊਜ਼ ਕਰ ਦਿੱਤੇ ਗਏ। ਸੋ ਵੀਜ਼ਾ ਰਿਫਿਊਜ਼ ਹੋਣ ਤੋਂ ਬਾਅਦ ਔਰ ਵੀਜ਼ਾ ਰਿਫਿਊਜ਼ ਹੋਣ ਤੱਕ ਸਾਨੂੰ ਇੰਨਾ ਤਾਂ ਕਲੀਅਰ ਹੋ ਚੁੱਕਿਆ ਸੀਗਾ ਕਿ ਸਮਥਿੰਗ ਇਜ਼ ਗੋਇੰਗ ਰੋਂਗ ਓਵਰ ਦੇਅਰ, ਰਾਈਟ, ਕਿ ਕਾਲਜਿਸ 'ਚ ਕੋਈ ਪ੍ਰੋਬਲਮ ਹੈਗੀ ਆ, ਸਮਥਿੰਗ ਹੈਗਾ ਆ। ਸੋ ਫਾਈਨਲੀ ਵੀ ਡਿਸਾਈਡਡ ਕਿ ਇਟਸ ਓਕੇ, ਜੋ ਹੋ ਗਿਆ ਸੋ ਹੋ ਗਿਆ। ਸੋ ਦੈਨ ਵੀ ਅਪਲਾਈਡ ਫॉर ਆਵਰ ਰਿਫੰਡ। ਸੋ ਇਟਸ ਬੀਨ ਲਾਈਕ 6 months ਕਿ ਅਸੀਂ ਰਿਫੰਡ ਦਾ ਅਪਲਾਈ ਕੀਤਾ ਹੋਇਆ, ਬਟ ਟਿਲ ਨਾਓ ਕੁਛ ਵੀ ਵਾਪਿਸ ਨਹੀਂ ਆਇਆ। ਅਦਰ ਦ ਮੇਨ ਥਿੰਗ ਹੁਣ ਕੀ ਹੋ ਗਈ ਹੈ ਕਿ ਉਹਨਾਂ ਨੇ ਦੇ ਸ਼ੋ ਕਿ ਅਸੀਂ ਬੈਂਕਰਪਟ ਹੋ ਗਏ ਹਾਂ, ਸਾਡੇ ਕੋਲ ਇਨਫ ਫੰਡ ਨਹੀਂ ਹੈਗੇ ਕਿ ਅਸੀਂ ਤੁਹਾਡੀ ਟਿਊਸ਼ਨਸ ਰਿਫੰਡ ਕਰ ਸਕੀਏ। ਸੋ ਫਾਈਨਲੀ ਉਹਨਾਂ ਨੇ ਇੱਕ ਲਾਅ ਫਰਮ ਹਾਇਰ ਕਰ ਲਈ ਹੈ, ਜਿਹੜੇ ਰਿਚਰ ਕੰਪਨੀ ਕਰਕੇ ਹੈਗੇ ਆ। ਸੋ ਹੁਣ ਸਾਰਾ ਕੇਸ ਉਹਨਾਂ ਕੋਲ ਰਿਕਾਰਡ 'ਚ ਹੀਅਰਿੰਗਸ ਹੋ ਰਹੀਆਂ ਔਰ ਲਾਸਟ ਹੀਅਰਿੰਗ ਜੋ ਹੋਈ ਹੈ 17 ਜੈਨ ਨੂੰ ਹੋਈ ਹੈ, ਜਿਹਦੀ ਇੱਕ ਰਿਪੋਰਟ ਆਈ ਹੈ, ਜਿਹਦੀ ਰਿਪੋਰਟ ਦੇ ਅਕੋਰਡਿੰਗਲੀ ਇਹ ਕਿਹਾ ਗਿਆ ਕਿ ਹੁਣ ਮੋਸਟਲੀ ਜਿਹੜੀ ਵੀ ਕਾਲਜ ਦੀ ਪ੍ਰੋਪਰਟੀ ਹੈ, ਉਹ ਜਿਹੜੇ ਵੀ ਉਹਨਾਂ ਦੇ ਓਨਰ ਸੀਗੇ ਉਹਨੂੰ ਸੈਲ ਕਰਕੇ ਹੀ ਰਿਫੰਡ ਦੇਣਗੇ। ਐਂਡ ਈਵਨ ਵੀ ਆਰ ਨੋਟ ਸ਼ੋਰ ਕਿ ਉਹ ਰਿਫੰਡ ਦੇਣਗੇ ਕਿ ਨਹੀਂ ਦੇਣਗੇ, ਔਰ ਅਗਰ ਦੇਣਗੇ ਵੀ ਤਾਂ ਕਿੰਨੇ ਡਿਡਕਟ ਕਰਕੇ ਦੇਣਗੇ। ਸੋ ਦਿਸ ਇਜ਼ ਦਾ ਇਸ਼ੂ ਇਜ਼ ਰਾਈਟ ਨਾਓ, ਮਤਲਬ ਜੋ ਵੀ ਚੱਲ ਰਿਹਾ ਇਸ ਟਾਈਮ ਇਹ ਸਿਚੁਏਸ਼ਨ ਆ ਜਿਹਦੇ ਕਰਕੇ ਸਟੂਡੈਂਟਸ ਕਾਫੀ ਪੈਨਿਕ ਨੇ ਤੇ ਵਰੀਡ ਨੇ। ਜੀ ਗੁਰਵਿੰਦਰ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ, ਤੁਸੀਂ ਇਸ ਵੇਲੇ ਇੱਥੇ ਕਾਲਜ ਦੇ ਵਿੱਚ ਪੜ੍ਹ ਰਹੇ ਸੀਗੇ, ਤੁਹਾਡਾ ਕੀ ਰਿਐਕਸ਼ਨ ਸੀਗਾ ਜਦੋਂ ਇੱਕਦਮ ਤੁਹਾਨੂੰ ਪਤਾ ਚੱਲਿਆ ਕਿ ਸ਼ਾਇਦ ਤੁਹਾਨੂੰ ਟ੍ਰਾਂਸਕ੍ਰਿਪਟਸ ਨਹੀਂ ਮਿਲਣਗੀਆਂ ਜਾਂ ਵਰਕ ਪਰਮਿਟਸ ਨਹੀਂ ਮਿਲਣਗੇ?
ਮੈਮ ਹਾਂਜੀ ਮੈਂ ਤੇ ਸਾਡੇ ਨਾ ਮਤਲਬ ਕਿ ਕਲਾਸਿਸ ਸਟਾਰਟ ਸੀਗੀਆਂ ਤੇ 28 ਨਵੰਬਰ ਨੂੰ ਓਮਿਕਰੌਨ ਦਾ ਨਾ ਥੋੜਾ ਜਿਹਾ ਚੱਕਰ ਪੈਂਦਾ ਇੱਥੇ ਕੈਨੇਡਾ ਦੇ ਵਿੱਚ, ਕੁਝ ਕੁ ਕੇਸ ਆਉਂਦੇ ਆ ਹਨਾ ਮੌਂਟਰੀਅਲ ਦੇ ਵਿੱਚ। ਤੇ ਇਹ 29 ਨਵੰਬਰ ਨੂੰ ਸਾਡੀ ਕਲਾਸ ਸੀਗੀ, ਮਤਲਬ ਟਿਊਜ਼ਡੇ ਨੂੰ ਹਨਾ, ਮੰਡੇ ਟਿਊਜ਼ਡੇ ਸਾਡੀ ਕਲਾਸਾਂ ਹੁੰਦੀਆਂ ਨੇਗੀਆਂ। ਤੇ ਟਿਊਜ਼ਡੇ ਨੂੰ ਹੀ ਇਹਨਾਂ ਨੇ ਬੰਦ ਕਰਤੇ ਕਾਲਜ, ਸਾਡੇ ਕਾਲਜ ਜਿਹੜਾ ਐਮ ਕਾਲਜ ਨੇ ਸਾਨੂੰ ਮਤਲਬ ਕਿ ਇੱਕ ਮੇਲ ਕੀਤੀ ਵੀ ਹਾਂ ਤੁਹਾਡੇ 29 ਨਵੰਬਰ ਤੋਂ ਤੁਹਾਨੂੰ ਛੁੱਟੀਆਂ ਨੇ ਟਿਲ ਕੇ 10 ਜਨਵਰੀ ਤੱਕ, ਠੀਕ ਹੈ ਨਾ। ਜਦ ਕਿ ਜਿਹੜੇ ਹੋਰ ਕਾਲਜ ਸੀਗੇ ਉਹ ਲੱਗ ਰਹੇ ਸੀਗੇ ਹਨਾ। ਤੇ ਉਸ ਤੋਂ ਬਾਅਦ ਕੀ ਹੁੰਦਾ ਹਨਾ, ਇਹਨਾਂ ਨੇ ਮਤਲਬ ਕਿ ਐਮ ਕਾਲਜ ਦੇ ਪਰਸਨਲੀ ਮੈਨੂੰ ਕੋਈ ਮੇਲ ਨਹੀਂ ਆਈ ਹੈਗੀ ਵੀ ਤੁਹਾਡਾ ਜਦੋਂ 10 ਜਨਵਰੀ ਆਉਣ ਵਾਲਾ ਹੋ ਗਿਆ ਨਾ, ਤਾਂ ਉਸ ਤੋਂ ਪਹਿਲਾਂ ਦਸੰਬਰ ਦੇ ਐਂਡ ਦੇ ਵਿੱਚ ਇਹਨਾਂ ਦਾ ਜਿਹੜਾ ਮੋਡਲ ਹੈ ਹਨਾ, ਕਿਤੇ ਪਹਿਲਾਂ ਪਹਿਲਾਂ ਮੋਡਲ ਤੇ ਹੁੰਦੀਆਂ ਸੀਗੀਆਂ ਸਾਡੀਆਂ ਕਲਾਸਾਂ, ਜੋ ਵੀ ਸਾਡੀਆਂ ਅਸਾਈਨਮੈਂਟਸ ਹੁੰਦੀਆਂ ਸੀਗੀਆਂ, ਸਾਰਾ ਕੁਝ ਸਾਡਾ ਮਤਲਬ ਮੋਡਲ ਇੱਕ ਪਲੇਟਫਾਰਮ ਆ ਨਾ, ਇੱਕ ਐਪਲੀਕੇਸ਼ਨ ਆ ਜਿਹਦੇ ਉੱਤੇ ਸਾਡੀਆਂ ਸਾਰੀਆਂ ਚੀਜ਼ਾਂ ਮਤਲਬ ਰਿਕਾਰਡ ਹੁੰਦੀਆਂ ਹਨਾ। ਤੇ ਉਸ ਤੋਂ ਬਾਅਦ ਇਹਨਾਂ ਨੇ ਓਮਨੀਬਾਕਸ ਦੇ ਵਿੱਚ ਉਹਨੂੰ ਮੰਨ ਕੇ ਆਪਾਂ ਚਲੋ ਵੀ ਟ੍ਰਾਂਸਫਰ ਕਰ ਦਿੱਤਾ ਸਾਡਾ ਸਾਰਾ ਕੁਝ ਹੈ ਨਾ। ਤੇ ਦਸੰਬਰ ਦੇ ਲਾਸਟ ਦੇ ਵਿੱਚ ਐਗਜ਼ੈਕਟ ਡੇਟ ਨਹੀਂ ਪਤਾ ਹੈਗੀ ਸਾਨੂੰ ਕਿਸੇ ਨੂੰ ਵੀ ਹਨਾ, ਜਦੋਂ ਮੈਂ ਚੈੱਕ ਕੀਤਾ, ਮੈਂ ਲਾਸਟ 5 ਜਨਵਰੀ ਨੂੰ ਚੈੱਕ ਕੀਤਾ ਹਨਾ, ਤੇ ਉਦੋਂ ਸਾਡਾ ਸਾਰਿਆਂ ਦਾ ਜਿਹੜਾ ਓਮਨੀਬਾਕਸ ਸੀਗਾ ਉਹਦੇ ਵਿੱਚ ਆ ਰਿਹਾ ਸੀਗਾ ਕਿ ਜਿਹੜੇ ਤੁਹਾਡੀਆਂ ਕਲਾਸਿਸ ਨੇਗੀਆਂ ਜਾਂ ਜੋ ਵੀ ਚੀਜ਼ਾਂ ਹੈਗੀਆਂ ਜਾਂ ਜੋ ਤੁਹਾਡੇ ਓਮਨੀਬਾਕਸ ਦੀਆਂ ਜਿਹੜੀਆਂ ਸਰਵਿਸਿਜ਼ ਨੇਗੀਆਂ ਉਹ ਮਿਡ ਕੇ ਐਕਸਪੈਕਟਡ ਨੇਗੀਆਂ ਜੂਨ ਤੱਕ। ਤੇ ਸਾਨੂੰ ਪਤਾ ਚੱਲ ਗਿਆ ਵੀ ਹਾਂ ਕੁਛ ਨਾ ਕੁਛ ਦਾਲ ਦੇ ਵਿੱਚ ਕਾਲਾ ਹੈਗਾ ਹਨਾ। ਤੇ 10 ਜਨਵਰੀ ਆ ਗਈ ਤੇ ਇਹਨਾਂ ਨੇ ਸਾਨੂੰ ਇੱਕ ਵੀ ਮੇਲ ਨਹੀਂ ਕੀਤੀ ਸਾਡੇ ਕਾਲਜ ਨੂੰ, ਠੀਕ ਹੈ ਨਾ। ਇੱਕ ਮੈਨੂੰ ਪਰਸਨਲੀ ਕੋਈ ਮੇਲ ਨਹੀਂ ਹਜੇ ਤੱਕ ਵੀ ਆਈ ਹੈਗੀ ਕਾਲਜ ਵੱਲੋਂ ਵੀ ਤੁਹਾਡੀਆਂ ਕਲਾਸਿਸ ਸਟਾਰਟ ਹੋਣਗੀਆਂ ਜਾਂ ਅਸੀਂ ਕੋਈ ਬੈਂਕਰਪਟ ਹੋ ਚੁੱਕੇ ਹਾਂ ਜਾਂ ਕੁਝ ਵੀ ਹੋ ਚੁੱਕਿਆ ਹੈਗਾ, ਠੀਕ ਹੈ ਨਾ। ਇਹਨਾਂ ਨੇ ਕੁਝ ਨਹੀਂ ਦੱਸਿਆ। 10 ਜਨਵਰੀ ਨੂੰ ਅਸੀਂ ਬੱਚਿਆਂ ਨੇ ਕੀ ਕੀਤਾ ਵੀ ਚਲੋ ਆਪਾਂ 10 ਜਨਵਰੀ ਨੂੰ ਸਾਨੂੰ ਕਿਹਾ ਇਹਨਾਂ ਨੇ, ਠੀਕ ਹੈ ਨਾ, ਆਪਾਂ ਚੱਲਦੇ ਹਾਂ ਕਾਲਜ ਦੇ ਵਿੱਚ। ਤੇ ਕਾਲਜ ਦੇ ਵਿੱਚ ਅਸੀਂ ਗਏ ਹਨਾ, ਕਾਫੀ ਸਟੂਡੈਂਟ 30 ਦੇ ਅਰਾਊਂਡ ਬੱਚੇ ਅਸੀਂ ਗਏ ਉੱਥੇ, ਤੇ ਕਾਲਜ ਮਤਲਬ ਕਿ ਬੰਦ ਪਿਆ ਸੀਗਾ ਉੱਥੇ। ਈਵਨ ਕਿ ਜਿਹੜਾ ਸਾਹਮਣੇ ਇੱਕ ਰਿਸੈਪਸ਼ਨ ਦੇ ਉੱਤੇ ਬੈਠੇ ਹੁੰਦੇ ਆ ਉਹ ਵੀ ਹੈ ਨਹੀਂ ਸੀਗੇ। ਤੇ ਉਸ ਤੋਂ ਬਾਅਦ ਅਸੀਂ ਨੇ ਚਲੋ ਸੋਚਿਆ ਵੀ 17 ਤੱਕ ਜੋ ਹੈ ਇਹਨਾਂ ਨੇ ਕਹਿਤਾ ਨਾ, ਲਾਕਡਾਊਨ ਅੱਗੇ ਵਧਾਤਾ ਸੀਗਾ ਆਪਣੇ ਕਿਊਬਿਕ ਨੇ। ਤੇ ਉਸ ਤੋਂ ਬਾਅਦ ਅਸੀਂ 17 ਨੂੰ ਗਏ ਆ ਤੇ 17 ਨੂੰ ਵੀ ਕੋਈ ਨਹੀਂ ਸੀਗਾ ਉੱਥੇ, ਠੀਕ ਹੈ ਨਾ। ਉਸ ਤੋਂ ਬਾਅਦ CCSQ ਤੇ ਜਿਹੜੇ ਦੂਜੇ ਹਨਾ ਇਹਨਾਂ ਦੇ ਜਿਹੜੇ ਭਾਈਵਾਲੀ ਕਾਲਜਸ ਨੇ, CCSQ ਹੋ ਗਿਆ ਤੇ CDE ਹੋ ਗਿਆ, ਉਹਨਾਂ ਨੂੰ ਜੋ ਮੇਲਸ ਆਈਆਂ ਨੇਗੀਆਂ, ਉਹਨਾਂ ਮੇਲਸ ਤੋਂ ਸਾਨੂੰ ਪਤਾ ਲੱਗਿਆ ਵੀ ਇਹ ਜਿਹੜੇ ਕਾਲਜਸ ਨੇ ਜਾਂ ਜੋ ਇਹਨਾਂ ਦਾ ਗਰੁੱਪ ਹੈ, ਰਾਈਜ਼ਿੰਗ ਫੀਨਿਕਸ ਦਾ ਗਰੁੱਪ ਹੈ ਜਾਂ ਹਨਾ ਜੋ ਇਹਨਾਂ ਦਾ ਪ੍ਰਾਪਰਟੀ ਹੈ ਸਾਰੀ, ਉਹ ਇਹ ਬੈਂਕਰਪਟ ਹੋ ਚੁੱਕੇ ਨੇ। ਤੇ ਇਹਨਾਂ ਨੇ ਮਤਲਬ ਇੰਨਾ ਵੀ ਨਹੀਂ ਚਾਹਿਆ ਵੀ ਜਿਹੜੇ ਬੱਚੇ ਐਮ ਕਾਲਜ ਦੇ ਤੁਹਾਡੇ ਲਗਭਗ ਸਾਡੇ ਨਾਲ ਦੇ ਮਤਲਬ ਮੇਰੀ ਕਲਾਸ ਦੇ ਵਿੱਚੋਂ 30 ਬੱਚੇ ਆ ਸੀ ਜਿਨ੍ਹਾਂ ਦੇ ਵਿੱਚੋਂ ਸਿਰਫ 8 ਦਾ ਵੀਜ਼ਾ ਆਇਆ, ਜਿਹੜੇ ਇੰਡੀਆ ਬੈਠੇ ਸੀਗੇ, ਜਿਨ੍ਹਾਂ ਨੇ 1.5 ਸਾਲ ਵੇਟ ਕੀਤੀ। ਤੇ ਉਹਦੇ ਵਿੱਚੋਂ ਇਹਨਾਂ ਨੇ ਸਭ ਤੋਂ ਮੰਨ ਕੇ ਚੱਲੋ ਇਹ ਕਿਹਾ ਬੱਚਿਆਂ ਨੂੰ, ਜਦ ਬੱਚਿਆਂ ਦਾ ਅਗਸਤ ਜਾਂ ਸਤੰਬਰ ਦੇ ਵਿੱਚ ਵੀਜ਼ਾ ਆਇਆ ਤਾਂ ਇਹਨਾਂ ਨੇ ਇੱਕ ਡੈਡਲਾਈਨ ਰੱਖਤੀ, ਚਾਹੇ ਤੁਹਾਡਾ 20 ਸਤੰਬਰ ਨੂੰ ਵੀਜ਼ਾ ਆਇਆ, ਚਾਹੇ ਤੁਹਾਡਾ 25 ਸਤੰਬਰ ਨੂੰ ਵੀਜ਼ਾ ਆਇਆ, ਵੀ ਤੁਸੀਂ ਟਿਲ 30 ਸਤੰਬਰ ਤੁਸੀਂ ਨੇ ਫੁੱਲ ਜਿਹੜੀ ਫੀ ਆ ਉਹ ਪੇ ਕਰਨੀ ਹੈ। ਤੇ ਬੱਚਿਆਂ ਨੇ ਇਕੱਲੇ ਮੈਨੂੰ ਛੱਡ ਕੇ ਮੈਥੋਂ ਨਹੀਂ ਮੰਗੀ ਇਹਨਾਂ ਨੇ, ਬਾਕੀ 7 ਬੱਚਿਆਂ ਤੋਂ ਇਹਨਾਂ ਨੇ 30,000 ਰੁਪਏ ਆ ਜਿਹੜਾ 30,000 ਡਾਲਰ ਹੈ, ਸੌਰੀ ਕੈਨੇਡੀਅਨ ਡਾਲਰ ਹੈ, ਜਿਹੜਾ ਉਹ ਪੇ ਕਰਵਾਇਆ ਇੰਡੀਆ ਦੇ ਵਿੱਚ ਬੈਠੇ ਬੈਠੇ ਹੀ। ਤੇ ਉਸ ਤੋਂ ਬਾਅਦ 30,000 ਰੁਪਏ ਮਤਲਬ ਪੂਰੀ ਫੁੱਲ ਫੀ ਲੈ ਕੇ ਵੀ ਇਹ ਬੱਚਿਆਂ ਦੇ ਉੱਤੋਂ ਇੰਨਾ ਵੇਟ ਕਰਵਾ ਕੇ ਸਾਲ 1.5 ਸਾਲ ਇਹਨਾਂ ਨੇ ਵੇਟ ਕਰਵਾਇਆ ਬੱਚਿਆਂ ਨੂੰ। ਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਇੰਨਾ ਕੁ ਵੀ ਨਹੀਂ ਚਾਹਿਆ ਵੀ ਅਸੀਂ ਇੱਕ ਮੇਲ ਤੱਕ ਤਾਂ ਕਰ ਦਈਏ ਬੱਚਿਆਂ ਨੂੰ, ਮਤਲਬ ਇੰਨੀ ਵੀ ਰਿਸਪੌਂਸਿਬਿਲਿਟੀ ਇਹਨਾਂ ਨੇ ਆਪਦੀ ਮਤਲਬ ਸਿਰ ਨਹੀਂ ਲੈਤੀ ਹੈਗੀ। CDE ਤੇ CCSQ ਨੂੰ ਇਹਨਾਂ ਨੇ ਮੇਲਾਂ ਕੀਤੀਆਂ ਨੇ, ਸਾਨੂੰ ਕੋਈ ਮੇਲ ਨਹੀਂ ਕੀਤੀ ਇਹਨਾਂ ਨੇ। ਐਮ ਕਾਲਜ ਪਰਸਨਲੀ ਮੈਨੂੰ ਕੋਈ ਮੇਲ ਨਹੀਂ ਆਈ। ਜੀ ਦੀਪਾਕਸ਼ੀ ਜੀ ਤੁਹਾਡੇ ਕੋਲ ਆਵਾਂਗੇ, ਤੁਸੀਂ CCSQ ਕਾਲਜ ਤੋਂ ਹੈਗੇ ਹੋ, ਸੋ ਕੀ ਤੁਹਾਨੂੰ ਈਮੇਲਸ ਆਈਆਂ ਨੇ ਕਾਲਜ ਵੱਲੋਂ, ਔਰ ਜਿਹੜੀ ਈਮੇਲਸ ਆਈਆਂ ਨੇ ਉਹਦੇ ਵਿੱਚ ਕਾਲਜ ਵੱਲੋਂ ਕੀ ਰਿਸਪੌਂਸ ਦਿੱਤਾ ਗਿਆ ਤੁਹਾਨੂੰ? ਕਾਲਜ ਵੱਲੋਂ ਮੈਨੂੰ 2 ਮੇਲਸ ਆਈਆਂ। ਪਹਿਲਾਂ ਇੱਕ ਮੇਲ ਦੇ ਅੰਦਰ ਇੰਪੋਰਟੈਂਟ ਡਾਕੂਮੈਂਟਸ ਆਏ ਜਿਹਦੇ ਅੰਦਰ ਇਹ ਦੱਸਿਆ ਗਿਆ ਕਿ ਕਾਲਜ ਕੁਝ ਫਾਈਨੈਂਸ਼ੀਅਲ ਸਟ੍ਰੇਨ ਤੋਂ ਗੁਜ਼ਰ ਰਿਹਾ ਹੈ, ਜਿਸ ਕਰਕੇ ਜਿਹੜੀ ਪਹਿਲਾਂ ਸਾਡੀ ਵਿੰਟਰ ਬ੍ਰੇਕ ਸੀ ਹੁਣ ਉਹਨੂੰ ਟੈਂਪਰੇਰੀ ਪੌਜ਼ ਵਿੱਚ ਬਦਲ ਦਿੱਤਾ ਗਿਆ ਹੈ। ਕਿ ਜਿਹੜਾ ਸਾਡਾ ਕਾਲਜ ਹੈ ਉਹ ਸਾਡੀ ਐਜੂਕੇਸ਼ਨ ਨੂੰ ਇੱਕ ਟੈਂਪਰੇਰੀ ਪੌਜ਼ ਤੇ ਕਰ ਰਿਹਾ ਹੈ, ਸਾਡੀ ਐਜੂਕੇਸ਼ਨ ਅੱਗੇ ਕੰਟੀਨਿਊ ਨਹੀਂ ਹੋਏਗੀ। ਜਿਹੜਾ ਉਹਨਾਂ ਨੇ ਕੇਸ ਫਾਈਲ ਕੀਤਾ ਹੋਇਆ CCAA ਉਹ ਇਸ ਕਰਕੇ ਫਾਈਲ ਕਰ ਦਿੱਤਾ ਕਿ ਜਿਹੜੀ ਉਹਨਾਂ ਦੀ ਹੀਅਰਿੰਗ ਹੈ ਉਹ ਕੋਰਟ ਵਿੱਚ ਅੱਗੇ ਹੋਏਗੀ ਐਂਡ ਦੈਨ ਉਹ ਰਿਜ਼ਲਟ ਕੱਢਣਗੇ ਕਿ ਸਾਡੀ ਜਿਹੜੀ ਐਜੂਕੇਸ਼ਨ ਹੈ ਉਹਨੂੰ ਕੰਟੀਨਿਊ ਕੀਤਾ ਜਾਏਗਾ ਜਾਂ ਨਹੀਂ ਕੰਟੀਨਿਊ ਕੀਤਾ ਜਾਏਗਾ। ਉਹ ਕਹਿੰਦੇ ਕਿ ਹਜੇ ਅਸੀਂ ਫਾਈਨੈਂਸ਼ੀਅਲ ਸਟ੍ਰੇਨ ਵਿੱਚ ਗੁਜ਼ਰ ਰਹੇ ਹਾਂ, ਜਿਸ ਕਰਕੇ ਅਸੀਂ ਅੱਗੇ ਕੰਟੀਨਿਊ ਨਹੀਂ ਕਰ ਸਕਦੇ। ਕੋਰਟ ਵਿੱਚ ਹੀਅਰਿੰਗਸ ਹੋਣਗੀਆਂ, ਦੈਨ ਦੇ ਵਿਲ ਉਹ ਅੱਗੇ ਸਾਨੂੰ ਦੱਸਣਗੇ ਕਿ ਕਿੱਦਾਂ ਹੋਏਗਾ। ਜੀ ਮਨਜੋਤ ਤੁਹਾਡੇ ਵੱਲ ਆਵਾਂਗੇ ਅਸੀਂ, ਤੁਸੀਂ CDE ਕਾਲਜ ਤੋਂ ਹੈਗੇ ਹੋ, ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਆਇਆ ਕਾਲਜ ਤੋਂ? ਜੀ ਮੈਨੂੰ ਪਹਿਲਾਂ ਮਤਲਬ ਕਿ ਮੇਲਸ ਆਈਆਂ ਸੀਗੀਆਂ ਕਾਲਜ ਵੱਲੋਂ ਕਿ ਮਤਲਬ ਜਿਵੇਂ ਕਿ ਦੱਸਿਆ ਗਿਆ ਸਾਨੂੰ ਸਾਰਿਆਂ ਨੂੰ ਕਿ ਮਤਲਬ ਸਾਨੂੰ ਸਾਰਿਆਂ ਨੂੰ ਮੇਲ ਆਈਆਂ 10 ਦਸੰਬਰ ਤੋਂ ਬਾਅਦ 3 ਨਵੰਬਰ ਤੋਂ ਬਾਅਦ
ਕਿ ਜੋ ਵੀ ਹੈ ਤੁਹਾਡਾ ਛੁੱਟੀਆਂ ਪੈ ਗਈਆਂ ਕਾਲਜ ਤੋਂ। ਫਿਰ ਜਦੋਂ ਸਾਨੂੰ ਛੁੱਟੀਆਂ ਪਈਆਂ ਸੀਗੀਆਂ ਕਾਲਜ ਤੋਂ ਆਫਟਰ 10 ਜਨਵਰੀ ਟਿਲ 10 ਜਨਵਰੀ ਕੋਈ ਸਾਨੂੰ ਮੇਲ ਨਹੀਂ ਆਈ ਕਿ ਤੁਹਾਡਾ ਕਾਲਜ ਕਿੱਦਣ ਓਪਨ ਹੋਏਗਾ। ਬਸ ਫਿਰ ਗਵਰਨਮੈਂਟ ਨੇ ਮਤਲਬ ਕਿ ਗਵਰਨਮੈਂਟ ਵੱਲੋਂ ਵੀ ਇਹੀ ਨਿਊਜ਼ ਆਈ ਸੀ ਕਿ ਤੁਹਾਡੀ ਬੈਂਕਰਪਸੀ ਸ਼ੋ ਕੀਤੀ ਗਈ ਆ, ਮਤਲਬ ਤੁਹਾਡਾ ਕੇਸ ਚੱਲ ਰਿਹਾ ਹੈ। ਪਰ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਦਾ ਕਿ ਇਹਨਾਂ ਨੇ ਕਾਹਦੇ ਲਈ ਹੈ ਕੀਤਾ, ਮਤਲਬ ਪ੍ਰੋਟੈਕਸ਼ਨ ਕੀ ਸੀਗੀ ਇਹਨਾਂ ਦਾ ਮੇਨ ਮੋਟਿਵ ਇਹੀ ਸੀਗਾ ਪ੍ਰੋਟੈਕਸ਼ਨ ਪਿੱਛੇ ਕਿ ਮਤਲਬ ਇਨਡਾਇਰੈਕਟ ਵੇ ਨਾਲ ਬੈਂਕਰਪਸੀ ਸ਼ੋ ਕੀਤੀ ਗਈ ਆ ਤਾਂ ਕਿ ਇਹ ਹੁਣ ਸਾਡੀ ਸਟੱਡੀ ਵੀ ਕੰਟੀਨਿਊ ਨਹੀਂ ਕਰ ਸਕਦੇ। ਉਹਦੇ ਨਾਲ ਜਿਹੜੇ ਇੰਡੀਆ ਬੈਠੇ ਬੱਚੇ ਆ ਹਨਾ ਉਹਨਾਂ ਨੂੰ ਵੀ ਰਿਫੰਡ ਓਨੀ ਦੇਰ ਨਹੀਂ ਦੇ ਸਕਦੇ ਜਿੰਨੇ ਚਿਰ ਇਹ ਕੇਸ ਨਹੀਂ ਜਿੱਤਿਆ ਜਾ ਸਕਦਾ ਜਾਂ ਫਿਰ ਕੇਸ ਇਹ ਹਾਰਦੇ ਨਹੀਂ ਹੈ ਗਵਰਨਮੈਂਟ ਵੱਲੋਂ। ਮਤਲਬ ਮੇਨ ਚੀਜ਼ ਇਹ ਸੀਗੀ ਕਿ ਜੋ ਕੇਸ ਸੀਗਾ ਉਹ ਇਹ ਸੀ ਕਿ ਇਹਨਾਂ ਨੇ ਪ੍ਰੋਟੈਕਸ਼ਨ ਯੂਜ਼ ਕਰ ਲਈ, ਆਪਣੇ ਆਪ ਨੂੰ ਪ੍ਰੋਟੈਕਟ ਕਰ ਲਿਆ ਲੀਗਲ ਵੇ ਨਾਲ, ਜੋ ਕਿ ਹੁਣ ਆਪਾਂ ਵੀ ਇਹਨਾਂ ਦੇ ਉਲਟ ਕੇਸ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੇ ਗਵਰਨਮੈਂਟ ਨੂੰ ਆਪਣੇ ਆਪ ਨੂੰ ਪਹਿਲਾਂ ਹੀ ਰਿਪਰੈਜ਼ੈਂਟ ਕਰ ਦਿੱਤਾ ਹੋਇਆ ਕਿ ਅਸੀਂ ਮਤਲਬ ਬੈਂਕਰਪਸੀ ਇਨਡਾਇਰੈਕਟ ਵੇ ਨਾਲ ਐਵੇਂ ਸ਼ੋ ਕੀਤੀ ਹੈ ਕਿ ਸਾਡਾ ਤੁਸੀਂ ਮਤਲਬ ਕਾਲਜ ਵੇਚ ਦਿਓ, ਅਸੀਂ ਬੈਂਕਰਪਸੀ ਜਾਂ ਫਾਈਨੈਂਸ਼ੀਅਲ ਸਟਰੋਂਗ ਨਹੀਂ ਰਹਿ ਗਏ। ਤੇ ਇੱਕ ਇਹਨਾਂ ਨੇ ਮੁੱਦਾ ਜਿਹੜਾ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਜਿਹੜੇ ਦੌਰ 'ਚ ਆਪਾਂ ਗੁਜ਼ਰ ਰਹੇ ਹਾਂ ਉਹ ਹੈਗਾ ਓਮਨੀਕਰੋਨ, ਜੋ ਕਿ ਗਵਰਨਮੈਂਟ ਨੂੰ ਇਸ ਚੀਜ਼ ਨੂੰ ਲੈ ਕੇ ਕੁਝ ਨਹੀਂ ਕਰ ਸਕਦੀ ਕਿਉਂਕਿ ਇਹ ਯੂਨੀਵਰਸਲ ਡਿਸੀਜ਼ ਸੀਗਾ ਜਿਹਦੇ ਨਾਲ ਆਪਾਂ ਸਾਰੇ ਫਾਈਟ ਕੀਤੀ। ਇਸ ਕਰਕੇ ਇਹਨਾਂ ਨੇ ਉਹਦਾ ਵੀ ਫਾਇਦਾ ਚੁੱਕਿਆ ਹੈਗਾ ਕਿ ਇਹਨਾਂ ਨੇ ਕਿਹਾ ਕਿ ਓਮਨੀਕਰੋਨ ਕਰਕੇ ਅਸੀਂ ਫਾਈਨੈਂਸ਼ੀਅਲੀ ਬਹੁਤ ਲੋ ਹੋ ਗਏ ਹਾਂ। ਪਰ ਮੈਂ ਇੱਥੇ ਇੱਕ ਹੋਰ ਵੌਇਸ ਰੇਸ ਕਰਨਾ ਚਾਹੁੰਦਾ ਵਾਂ ਕਿ ਜੇ ਇਹਨਾਂ ਦਾ ਇੰਨਾ ਹੀ ਖਰਚਾ ਹੋਇਆ ਸੀਗਾ ਪਰ ਉਹਦੇ ਵਿੱਚ ਆਪਾਂ ਸਾਡੇ ਸਾਰੇ ਕਾਲਜਿਸ ਵਿੱਚੋਂ ਬੱਚਾ ਕੋਈ ਵੀ ਨਹੀਂ ਉੱਥੇ ਗਿਆ, ਲਾਈਕ ਖਰਚਾ ਫੇਰ ਆਂਦਾ ਕਾਲਜ ਦਾ ਜੇ ਅਸੀਂ ਉੱਥੇ ਜਾ ਕੇ ਪੜ੍ਹੇ ਹੋਈਏ, ਕੋਈ ਮੇਨਟੇਨੈਂਸ ਦਾ ਖਰਚਾ ਆਇਆ ਹੋਏ ਜਾਂ ਫਿਰ ਕੋਈ ਵੀ ਹੋਰ ਖਰਚਾ ਆਇਆ ਹੋਏ, ਉਹਦੇ ਵਿੱਚੋਂ ਕੋਈ ਐਵੇਂ ਦਾ ਖਰਚਾ ਨਹੀਂ ਸੀ ਆਇਆ। ਅਸੀਂ ਸਾਰਿਆਂ ਨੇ ਆਨਲਾਈਨ ਕਲਾਸਿਸ ਅਟੈਂਡ ਕੀਤੀਆਂ, ਠੀਕ ਆ, ਉਹ ਵੀ ਗਵਰਨਮੈਂਟ ਵੱਲੋਂ ਐਪਲੀਕੇਸ਼ਨਸ ਲਾਂਚ ਹੋਈਆਂ ਸੀਗੀਆਂ। ਜਿਵੇਂ ਵੀਰ ਜੀ ਨੇ ਦੱਸਿਆ ਕਿ ਪਹਿਲਾਂ ਮੂਡਲ ਹੋਇਆ ਸੀਗਾ, ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਉਹਨਾਂ ਨੇ ਬੰਦ ਕਰ ਦਿੱਤਾ, ਬੰਦ ਕਰਕੇ ਫਿਰ ਸਾਡਾ ਸੈਕੰਡ ਐਪਲੀਕੇਸ਼ਨ ਚਲਾਈ ਓਮਨੀਵਰਕਸ ਜਿੱਤ ਵੀ ਲੀਗਲ ਆ ਗਵਰਨਮੈਂਟ ਵੱਲੋਂ। ਉਹਦੇ ਵਿੱਚ ਵੀ ਗਵਰਨਮੈਂਟ ਹੈਲਪ ਕਰਦੀ ਹੈ ਬੱਚਿਆਂ ਦੀ, ਉਹਨਾਂ ਨੂੰ ਵੀ ਮਤਲਬ ਕਿ ਪੂਰਾ ਪੇ ਵੀ ਕਰਦੀ ਹੈ ਬੈਕ ਕਿ ਐਪਲੀਕੇਸ਼ਨ ਸਟੋਨ ਲਈ ਬੱਚਿਆਂ ਨੂੰ $100 ਆਂਦਾ ਵਾ ਜਦੋਂ ਬੱਚਾ ਆਪਣੀ ਅਪਲਾਈ ਕਰਦਾ ਵਾ। ਪਰ ਮੈਂ ਇਹ ਕਹਿ ਰਿਹਾ ਕਿ ਜੇ ਬੈਂਕਰਪਸੀ ਇਹਨਾਂ ਨੇ ਸ਼ੋ ਕੀਤੀ ਹੈ ਇਹਨਾਂ ਨੇ ਕਾਹਦੀ ਬੇਸਿਸ ਤੇ ਕੀਤੀ ਹੈ ਕਿਉਂਕਿ ਫਾਈਨੈਂਸ਼ੀਅਲੀ ਇਹਨਾਂ ਦਾ ਕੋਈ ਖਰਚਾ ਨਹੀਂ ਹੋਇਆ। ਦੂਸਰੀ ਗੱਲ ਇਹ ਕਿ ਇਹਨਾਂ ਦਾ ਇੱਕ ਕੇਸ ਜਿਹੜਾ ਬਣ ਰਿਹਾ ਸੀਗਾ ਜਦੋਂ ਗਵਰਨਮੈਂਟ ਨੇ ਪਾਲਿਸੀ ਰੀਨਿਊ ਕੀਤੀਆਂ ਸੀਗੀਆਂ ਉਹ ਹੋਈਆਂ ਸੀ ਅਕਤੂਬਰ 2021 ਵਿੱਚ। ਉਦੋਂ ਦੀਆਂ ਇਹਨਾਂ ਨੇ ਸਾਨੂੰ ਮਤਲਬ ਰਿਪਰੈਜ਼ੈਂਟ ਨਹੀਂ ਕੀਤਾ, ਸਾਨੂੰ ਦੱਸਿਆ ਹੀ ਨਹੀਂ ਕਿ ਮਤਲਬ ਮੇਨ ਸਾਡਾ ਹੈਗਾ ਕੀ ਆ ਹਨਾ। ਕਿ ਇਹਨਾਂ ਨੇ ਸਾਨੂੰ ਦੱਸਿਆ ਜਨਵਰੀ 'ਚ, ਜੋ ਕਿ ਜਨਵਰੀ 2022 'ਚ ਦੱਸਿਆ ਹੈ। ਇਹ ਵੀ ਇੱਕ ਬਹੁਤ ਵੱਡੀ ਗਲਤੀ ਇਹਨਾਂ ਦੀ ਕਿ ਇਹਨਾਂ ਨੇ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ। ਫਿਰ ਕਾਲਜਿਸ ਨੇ ਫੀਸ ਸਾਰਿਆਂ ਕੋਲ ਮੰਗਵਾ ਲਈ, ਸਾਨੂੰ ਵੀ ਜਿਹੜੇ ਇੱਥੇ ਆਪਾਂ ਕੈਨੇਡਾ ਬੈਠੇ ਸੀਗੇ ਸਾਨੂੰ ਵੀ ਇਹੀ ਕਿਹਾ ਗਿਆ ਕਿ ਸਾਨੂੰ ਛੇਤੀ ਫੀਸ ਪੇਡ ਕਰੋ ਤਾਂ ਕਿ ਅਸੀਂ ਤੁਹਾਡੀ ਸਟੱਡੀ ਕੰਟੀਨਿਊ ਕਰ ਸਕੀਏ। ਫਿਰ ਜਿਹੜੇ ਇੰਡੀਆ ਬੈਠੇ ਆ ਜਾਂ ਜਿਹੜੇ ਇੱਥੇ ਨਵੇਂ ਆ ਚੁੱਕੇ ਬੱਚੇ ਸੀਗੇ ਉਹਨਾਂ ਨੂੰ ਵੀ ਇਹੀ ਕਿਹਾ ਸੀਗਾ ਕਿ ਤੁਹਾਨੂੰ ਕਈਆਂ ਨੂੰ ਤੇ ਦਸੰਬਰ ਲਾਸਟ ਤੇ ਵੀ ਮੇਲ ਆਈ ਸੀਗੀ ਕਿ ਦਸੰਬਰ ਲਾਸਟ ਤੱਕ ਤੁਸੀਂ ਫੀਸ ਪੇ ਕਰਦੇ ਹੋ ਤਾਂ ਠੀਕ ਹੈ, ਨਹੀਂ ਤਾਂ ਤੁਹਾਨੂੰ ਸਸਪੈਂਡ ਕੀਤਾ ਜਾਏਗਾ ਕਾਲਜ ਵੱਲੋਂ। ਸੋ ਮੇਨ ਇਹ ਹੈ ਕਿ ਜਿਹੜੇ ਇੰਡੀਆ ਬੈਠੇ ਸੀਗੇ ਉਹਨਾਂ ਤੋਂ ਫੀਸ ਮੰਗਾ ਲਈ, ਜਿਹੜੇ ਇੱਥੇ ਸੀਗੇ ਉਹਨਾਂ ਕੋਲ ਮੰਗਾ ਲਈ। ਮਤਲਬ ਇਹ ਵੀ ਇੱਕ ਇਹਨਾਂ ਦਾ ਕ੍ਰਿਮੀਨਲ ਕੇਸ ਵੀ ਬਣ ਸਕਦਾ ਕਿਉਂਕਿ ਜਿੰਨੇ ਚਿਰ ਸਟੱਡੀ ਨਹੀਂ ਕੰਪਲੀਟ ਕਰਾਂਦੇ ਇੱਕ ਸਮੈਸਟਰ ਦੀ ਜਾਂ ਨੈਕਸਟ ਸਮੈਸਟਰ ਦੀ ਫੀਸ ਨਹੀਂ ਪੇ ਕਰ ਸਕਦੇ। ਇਹ ਵੀ ਇੱਕ ਲੀਗਲ ਵੇ ਹੈਗਾ ਵਾ ਕਿ ਆਪਾਂ ਜਿੱਥੇ ਫਾਈਟ ਕਰ ਸਕਦੇ ਇਹਨਾਂ ਨਾਲ। ਜੀ ਕੀ ਤੁਹਾਡੇ ਵੱਲੋਂ ਇੱਥੇ ਕਿਸੇ ਲਾਇਰ ਨੂੰ ਕੰਟੈਕਟ ਕੀਤਾ ਗਿਆ ਹੈ ਐਂਡ ਕਿਸੇ ਗਵਰਨਮੈਂਟ ਆਫੀਸ਼ੀਅਲ ਨੂੰ ਅਪਰੋਚ ਕੀਤਾ ਗਿਆ ਹੈ ਜੋ ਇਸ ਮਾਮਲੇ ਦੇ ਵਿੱਚ ਇਨਵੋਲਵ ਹੋਏ ਤੇ ਇਸ ਨੂੰ ਸੋਲਵ ਕਰਨ 'ਚ ਤੁਹਾਡੀ ਮਦਦ ਕਰੇ? ਐਂਡ ਰੀਸੈਂਟਲੀ ਆਈ ਥਿੰਕ ਬੱਚਿਆਂ ਵੱਲੋਂ ਇੱਕ 13 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਜੋ ਕਿ ਇਸ ਮਾਮਲੇ ਦੇ ਉੱਤੇ ਮਿਲ ਕੇ ਕੰਮ ਕਰਨਗੇ। ਸੋ ਅਗਲਾ ਸਟੈਪ ਹੁਣ ਕੀ ਹੈਗਾ ਔਰ ਕਿਹਨੂੰ ਹੁਣ ਤੱਕ ਤੁਸੀਂ ਅਪਰੋਚ ਕੀਤਾ ਹੈ? ਹੁਣ ਤੱਕ ਲਗਭਗ ਸਾਰਿਆਂ ਨੇ ਆਪੋ ਆਪਣੀ ਮਤਲਬ ਸਾਰਿਆਂ ਨੇ ਬਹੁਤ ਜਣਿਆਂ ਨੂੰ ਅਪਲਾਈ ਕੀਤਾ ਸੀਗਾ, ਲਾਈਕ ਥਰੂ ਈਮੇਲ ਅਸੀਂ ਕੰਟੈਕਟ ਕੀਤਾ ਸੀਗਾ ਕਿਉਂਕਿ ਫਿਜ਼ੀਕਲ ਕੰਟੈਕਟ ਹਜੇ ਕੁਛ ਕਰੋਨਾ ਵਾਇਰਸ ਜਿਹੜੀ ਓਮਨੀਕਰੋਨ ਵਾਇਰਸ ਕਰਕੇ ਅਸੀਂ ਕਰ ਨਹੀਂ ਪਾਏ ਕਿਉਂਕਿ ਆਫਿਸ 'ਚ ਜਾਣਾ ਅਜੇ ਸਾਡਾ ਹੈਗਾ ਨਹੀਂ ਸੀ। ਪਰ ਅਸੀਂ ਈਮੇਲ ਤੇ ਪੂਰੀ ਟਰਾਈ ਕੀਤੀ ਸੀਗੀ ਸਾਰਿਆਂ ਨੇ, ਆਪਣੀ ਮਿਨਿਸਟਰੀ ਆਫ ਐਜੂਕੇਸ਼ਨ ਨੂੰ ਵੀ ਈਮੇਲ ਪਾਈ ਸੀਗੀ, ਆਪਣੇ ਇੱਥੇ ਲਿਬਰਲ ਪਾਰਟੀ ਦੇ ਮੈਂਬਰਸ ਨੂੰ ਵੀ ਪਾਈ ਸੀਗੀ, ਫਿਰ ਮਤਲਬ ਜਿੰਨੇ ਵੀ ਪਾਰਟੀ ਸੀ ਇੱਥੇ ਕੰਜ਼ਰਵੇਟਿਵ ਪਾਰਟੀ ਨੂੰ ਅਸੀਂ ਈਮੇਲ ਪਾਈ ਸੀਗੀ। ਪਰ ਉਹਨਾਂ ਵੱਲੋਂ ਇੱਕੋ ਹੀ ਰਿਪਲਾਈ ਆ ਰਿਹਾ ਕਿ ਤੁਹਾਡੇ ਕੇਸ ਤੇ ਵਰਕਆਊਟ ਕੀਤਾ ਜਾ ਰਿਹਾ ਹੈ। ਮੇਨ ਕਿ ਮਤਲਬ ਕੋਈ ਪੋਜ਼ਿਟਿਵ ਰਿਜ਼ਲਟ ਨਹੀਂ ਆਇਆ ਹਜੇ ਤੱਕ ਸਾਨੂੰ। ਬਾਕੀ ਮੇਨ ਇਹ ਹੈ ਕਿ ਅਸੀਂ ਆਪਣੀ ਵੱਲ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਅਸੀਂ ਕੰਟੈਕਟ ਕਰੀਏ ਇਹਨਾਂ ਨੂੰ, ਬਟ ਹਜੇ ਤੱਕ ਕੋਈ ਸਾਡੇ ਲਈ ਸਾਹਮਣੇ ਨਹੀਂ ਆਇਆ। ਸਾਡੇ ਜਿਹੜੀ 13 ਮੈਂਬਰ ਬਣੀ ਆ ਆਪਣੀ ਮੀਟਿੰਗ ਉਹਦੇ ਵਿੱਚ ਐਵੇਂ ਆ ਕਿ ਉਹ ਸਗੋਂ ਮੇਨ ਆ ਰਹੇ ਆ ਸਾਰੇ ਬੱਚੇ ਹੀ ਆ ਕਾਲਜ ਦੇ ਜਿਨ੍ਹਾਂ ਦੀ ਉਹ ਮੈਂਬਰ ਬਣੇ ਆ। ਫਿਰ ਅਸੀਂ ਹੁਣ ਸਾਰੇ ਉਸ ਆਪਣੇ ਬੇਸਿਸ ਤੇ ਹੀ ਸਾਰੇ ਸਟੈਪ ਫੋਰਵਰਡ ਚੱਕ ਰਹੇ ਆ, ਬਟ ਸਾਨੂੰ ਕੋਈ ਅਜੇ ਤੱਕ ਪੋਲੀਟੀਕਲ ਪਾਰਟੀ ਵੱਲੋਂ ਸਪੋਰਟ ਨਹੀਂ ਮਿਲੀ। ਮੋਸਟ ਆਫ ਦਾ ਟਾਈਮ ਦਾ ਅਸੀਂ ਈਮੇਲਸ ਔਰ ਸੋਸ਼ਲ ਮੀਡੀਆ ਦੇ ਥਰੂ ਹੀ ਕੰਟੈਕਟ ਕਰ ਰਹੇ ਹਾਂ ਤੇ ਟੂ ਬੀ ਓਨੈਸਟ ਹਾਲੇ ਤੱਕ ਕਿਸੇ ਵੱਲੋਂ ਕੋਈ ਰਿਸਪੌਂਸ ਨਹੀਂ ਆਇਆ ਹਾਲੇ ਤੱਕ ਵੀ। ਮਤਲਬ ਅਗਰ ਕੋਈ ਆਪਾਂ ਕਿ ਹਾਂ ਕੋਈ ਇਨਵੋਲਵ ਹੋਣਾ ਚਾਹੁੰਦਾ ਇਸ ਇਸ਼ੂ 'ਚ, ਕੋਈ ਸਟੂਡੈਂਟਸ ਦੀ ਹੈਲਪ ਕਰਨਾ ਚਾਹੁੰਦਾ ਆ
ਹਾਲੇ ਤੱਕ ਇਹਦਾ ਕੋਈ ਰਿਸਪੌਂਸ ਆਪਾਂ ਨੂੰ ਮਿਲਿਆ ਨਹੀਂ। ਹਾਂ, ਮੇਰੀ ਕੰਸਲਟੈਂਟ ਨਾਲ ਗੱਲ ਹੋਈ ਸੀਗੀ, ਜੋ ਉਹਨਾਂ ਦੀ ਲੇਟੈਸਟ ਅਪਡੇਟ ਜਿਹੜੀ ਉਹਨਾਂ ਨੇ ਮੈਨੂੰ ਦਿੱਤੀ ਹੈ, ਉਹ ਕਹਿੰਦੇ ਆ ਵੀ 11 ਫੈਬ ਤੋਂ 18 ਫੈਬ ਦੇ ਵਿੱਚ ਬਿਡ ਹੋਣੀ ਹੈ ਕਾਲਜਸ ਦੀ, ਜਾਂ ਜਿਹੜੀ ਵੀ ਉਹਨਾਂ ਦੀ ਪ੍ਰੋਪਰਟੀ ਹੈਗੀ ਆ। 8 ਬਾਇਰਸ ਹੈਗੇ ਆ ਜਿਹੜੇ ਇੰਟਰਸਟਡ ਹੈਗੇ ਆ ਕਾਲਜ ਨੂੰ ਲੈਣ ਲਈ ਔਰ ਜਾਂ ਉਹਨਾਂ ਦੀ ਪ੍ਰੋਪਰਟੀਜ਼ ਨੂੰ ਲੈਣ ਲਈ। ਸੋ 11th ਔਰ ਮਤਲਬ 18th ਫੈਬ ਦੇ ਵਿੱਚ ਉਹ ਬਿਡਿੰਗ ਹੋਣੀ ਆ। ਬਿਡਿੰਗ ਤੋਂ ਬਾਅਦ ਜੋ ਵੀ ਜਿੰਨੀ ਵੀ ਪ੍ਰੋਪਰਟੀ ਸੈਲ ਹੁੰਦੀ ਆ ਜਾਂ ਕੋਈ ਵੀ ਕਾਲਜ ਉਹਨੂੰ ਬਾਏ ਕਰਦਾ ਆ, ਉਸ ਤੋਂ ਬਾਅਦ 20th ਫੈਬ ਜਿਹੜੀ ਨੈਕਸਟ ਹੀਅਰਿੰਗ ਹੈਗੀ ਆ, ਉਹਦੇ ਵਿੱਚ ਕੋਰਟ ਦੇ ਅੱਗੇ ਉਹਨੂੰ ਰਿਪਰੈਜ਼ੈਂਟ ਕਰਨਗੇ। ਸੋ ਬੇਸਿਕਲੀ ਅਕੋਰਡਿੰਗ ਟੂ ਮਾਈ ਕੰਸਲਟੈਂਟ ਕਿ ਜੋ ਵੀ ਫੰਡਿੰਗ ਇਹਨਾਂ ਕੋਲ ਇਕੱਠੀ ਹੋਏਗੀ, ਉਹਦੇ ਬੇਸ ਤੇ ਇਹ ਦੇਖਣਗੇ ਕਿ ਕਿੰਨਾ ਕੁ ਰਿਫੰਡ ਅਸੀਂ ਦੇ ਸਕਦੇ ਹਾਂ, ਕਿੰਨਾ ਕੁ ਅਸੀਂ ਡਿਡਕਟ ਕਰਾਂਗੇ। ਬਿਕੋਜ਼ ਜਿਹੜੀ ਇਹਨਾਂ ਦੀ ਰਿਪੋਰਟ ਵੀ ਹੈਗੀ ਆ, ਜਿਹੜਾ ਇਹਨਾਂ ਨੇ ਮੋਨੀਟਰ ਹਾਇਰ ਕੀਤਾ ਆ ਕੋਰਟ ਵੱਲੋਂ ਗਿਆ ਹੋਇਆ ਆ, ਉਹਨੇ ਵੀ ਸਪੈਸ਼ਲ ਆਪਣੀ ਈਮੇਲਸ 'ਚ ਇਹੀ ਕਿਹਾ ਕਿ ਰਿਫੰਡ ਲਾਈਕ ਦੇ ਵਿਲ ਲਾਈਕ ਰਿਫੰਡ ਐਜ਼ ਪਰ ਕੰਪਰੋਮਾਈਜ਼। ਮਤਲਬ ਕਿਤੇ ਨਾ ਕਿਤੇ ਸਟੂਡੈਂਟਸ ਨੂੰ ਕੰਪਰੋਮਾਈਜ਼ ਕਰਨਾ ਵੀ ਪੈ ਸਕਦਾ ਕਿ ਜੇ ਉਹ ਡਿਡਕਸ਼ਨ ਕਰਨਗੇ ਦੈਨ ਵੀ ਹੈਵ ਟੂ ਕੰਪਰੋਮਾਈਜ਼। ਸੋ ਇਹ ਸਿਚੁਏਸ਼ਨ ਹੈਗੀ ਹੈ ਰਾਈਟ ਨਾਓ। ਸੋ ਹੁਣ ਜਿੱਦਾਂ ਇੰਡੀਆ ਦੇ ਬੈਠੇ ਸਟੂਡੈਂਟਸ ਵੀ ਹੈਗੇ ਜਿਹੜੇ ਇੱਥੇ ਵੇਟ ਕਰ ਰਹੇ ਆਪਣੇ ਰਿਫੰਡ ਦੀ, ਉਹ ਵੀ ਹੁਣੀ ਥੋੜੀ ਦੇਰ ਪਹਿਲਾਂ ਮੀਟਿੰਗ ਹੋਈ ਸੀ, ਉਹ ਵੀ ਕਮੇਟੀ ਬਣਾ ਰਹੇ ਆ। ਸੋ ਨੈਕਸਟ ਉਹ ਪਲਾਨ ਕਰਨਗੇ ਵੀ ਕਿੱਦਾਂ ਕਿਹਨੂੰ ਮੀਟ ਕਰਨਾ ਹੈ, ਕਿੱਥੇ ਜਾ ਕੇ ਅਸੀਂ ਪ੍ਰੋਟੈਸਟ ਕਰਨੇ ਆ, ਸਾਰਾ ਕੁਝ ਕਰਨਾ ਆ। ਸੋ ਨੈਕਸਟ ਅਪਡੇਟ ਤਾਂ ਫਿਰ ਉਸ ਤੋਂ ਬਾਅਦ ਦਵਾਂਗੇ ਵੀ ਅਸੀਂ ਕਿੱਥੇ ਅਪਰੋਚ ਕਰ ਰਹੇ ਹਾਂ। ਜੀ, ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਕਿਊਬੈਕ ਦੇ 3 ਪ੍ਰਾਈਵੇਟ ਕਾਲਜਸ ਦੇ ਵਿਦਿਆਰਥੀਆਂ ਦੇ ਨਾਲ। ਦੱਸ ਦਈਏ ਕਿ ਕਿਊਬੈਕ ਦੇ ਪ੍ਰਾਈਵੇਟ ਕਾਲਜਸ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੇ ਨਾਲ ਵੱਡੀ ਧੋਖਾਧੜੀ ਕੀਤੀ ਗਈ ਹੈ। ਗੈਰੀ ਜੀ, ਅਸੀਂ ਤੁਹਾਡੇ ਕੋਲ ਆਵਾਂਗੇ। ਤੁਸੀਂ ਇਸ ਵੇਲੇ ਇੰਡੀਆ ਹੈਗੇ ਹੋ, ਜਿਹੜੇ ਇੰਡੀਆ ਬੱਚੇ ਫਸੇ ਹੋਏ ਨੇ, ਜਿਨ੍ਹਾਂ ਦੀ ਫੀਸ ਫਸੀ ਹੋਈ ਹੈ, ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਕੀ ਤੁਹਾਡੇ ਵੱਲੋਂ ਹੁਣ ਤੱਕ ਏਜੰਟ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ? ਕਿਉਂਕਿ ਸਾਲ 2020 ਦੇ ਵਿੱਚ ਕਿਊਬੈਕ ਦੀ ਜਿਹੜੀ ਸਰਕਾਰ ਹੈ, ਉਹਨਾਂ ਨੇ 10 ਪ੍ਰਾਈਵੇਟ ਕਾਲਜਸ ਨੂੰ ਸਸਪੈਂਡ ਕੀਤਾ ਸੀਗਾ ਬਿਕੋਜ਼ ਆਫ ਰਿਕਰੂਟਮੈਂਟ ਪ੍ਰੈਕਟਿਸਿਸ ਜਿਹੜੀ ਇੰਡੀਆ ਦੇ ਵਿੱਚ ਚੱਲ ਰਹੀਆਂ ਸੀ। ਪਰ 2021 ਦੇ ਵਿੱਚ ਇਹਨਾਂ ਦੀ ਜਿਹੜੀ ਸਸਪੈਂਸ਼ਨ ਹੈਗੀ ਹੈ ਉਹ ਹਟਾ ਦਿੱਤੀ ਗਈ ਸੀ, ਔਰ ਜਿਹੜੇ ਕਾਲਜ ਸਸਪੈਂਡ ਕੀਤੇ ਗਏ ਸੀ ਉਹਨਾਂ ਦੇ ਵਿੱਚ ਇਹ ਤਿੰਨੋਂ ਕਾਲਜ ਜਿਹੜੇ ਨੇ ਐਮ ਕਾਲਜ, CDE, CCSQ ਇਹ ਸ਼ਾਮਿਲ ਸੀਗੇ। ਸੋ ਜੇਕਰ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ, ਏਜੰਟ ਨੇ ਫਿਰ ਵੀ ਇਹਨਾਂ ਕਾਲਜਸ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਕਿਉਂ ਦਵਾਏ? ਐਕਚੁਅਲੀ ਮੈਂ ਜੇ ਅਗਰ ਮੈਂ ਆਪਣੇ ਕੰਸਲਟੈਂਟ ਦੀ ਗੱਲ ਕਰਾਂ ਤਾਂ ਉਹਨਾਂ ਕੋਲ ਫਾਈਲਸ 2020 ਤੋਂ ਮਤਲਬ ਪਹਿਲਾਂ ਦੀਆਂ ਹੀ ਨੇ। ਮਤਲਬ ਕਿ ਮਤਲਬ ਉਹਨਾਂ ਦੇ ਸਟੂਡੈਂਟਸ ਗਏ ਵੀ ਹੋਏ ਨੇ ਜਿਹੜੇ ਆਲਰੇਡੀ ਮੌਂਟਰੀਅਲ ਹੈਗੇ, ਜਿਨ੍ਹਾਂ ਦੀ ਸਟੱਡੀ ਫਿਨਿਸ਼ ਹੋਣ ਵਾਲੀ ਆ। ਸੋ ਉਸ ਤੋਂ ਬਾਅਦ ਜਿਹੜੀ 2020 ਦੇ ਹੀ ਡਿਸੀਜ਼ਨ 2021 ਲਾਸਟ 'ਚ ਜਾ ਕੇ ਆਏ ਨੇ। ਮਤਲਬ ਕਿ ਇਨ ਬਿਟਵੀਨ, ਕਿਉਂਕਿ ਆਲਮੋਸਟ ਇੱਥੇ ਰੌਲਾ ਤਾਂ ਪੈ ਹੀ ਗਿਆ ਸੀਗਾ ਕਿ ਕਿਉਂਕਿ ਇੱਦਾਂ ਦੀ ਨਿਊਜ਼ ਮਿਲਦੀਆਂ ਸੀਗੀਆਂ ਕਿ ਕਾਲਜ ਨੇ ਕੋਈ ਘਪਲਾ ਕੀਤਾ ਹੈ, ਆਡਿਟਿੰਗ ਚੱਲ ਰਹੀ ਹੈ, ਇਹ ਚੱਲ ਰਿਹਾ, ਉਹ ਚੱਲ ਰਿਹਾ। ਸੋ ਮਤਲਬ ਕਿ ਸਾਰਿਆਂ ਨੂੰ ਪਤਾ ਤਾਂ ਲੱਗ ਗਿਆ ਸੀ ਕੋਈ ਇਸ਼ੂ ਹੈਗਾ, ਬਟ ਫਿਰ ਵੀ ਕਈ ਕੰਸਲਟੈਂਟ ਕਰ ਰਹੇ ਸੀਗੇ ਮਤਲਬ ਮੌਂਟਰੀਅਲ ਦਾ। ਬਟ ਜੋ ਮੇਰੇ ਕੰਸਲਟੈਂਟ ਦੇ ਥਰੂ ਹੈ ਕਿ ਉਹਨਾਂ ਕੋਲ ਸਾਰੀਆਂ 2020 ਦੀਆਂ ਹੀ ਫਾਈਲਸ ਆ, ਜਿਨ੍ਹਾਂ ਦਾ ਹਾਲੇ ਤੱਕ ਕੋਈ ਸੋਲਿਊਸ਼ਨ ਨਹੀਂ ਨਿਕਲਿਆ। ਔਰ ਦੂਸਰੀ ਚੀਜ਼ ਆਪਾਂ ਕਹਿ ਦਈਏ ਕਿ ਲਾਈਕ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜਦੋਂ ਵੀ ਕੋਈ ਕਾਲਜ ਸਾਨੂੰ ਕੋਈ ਕੰਸਲਟੈਂਟ ਸੁਜੈਸਟ ਕਰਦਾ ਤਾਂ ਸਭ ਤੋਂ ਪਹਿਲਾਂ ਆਪਾਂ DLI ਨੰਬਰ ਦੇਖਦੇ ਹਾਂ। ਸੋ ਆਫੀਸ਼ੀਅਲ ਵੈਬਸਾਈਟ ਜਿਹੜੀ ਹੈਗੀ ਆ ਗਵਰਨਮੈਂਟ ਦੀ, ਕੈਨੇਡੀਅਨ ਗਵਰਨਮੈਂਟ ਦੀ, ਉੱਥੇ DLI ਨੰਬਰ ਇਹਨਾਂ ਨੂੰ ਅਪਰੂਵ ਕੀਤਾ ਗਿਆ ਸੀ। ਅਗਰ ਦੇਖਿਆ ਜਾਵੇ ਤਾਂ ਉਹ ਕਿਸ ਬੇਸ ਤੇ ਕੀਤਾ ਗਿਆ, ਮਤਲਬ ਕੈਨੇਡੀਅਨ ਗਵਰਨਮੈਂਟ ਕੀ ਵੈਰੀਫਾਈ ਕਰਦੀ ਹੈ ਵੀ ਕਿਸ ਬੇਸ ਤੇ ਉਹ DLI ਨੰਬਰ ਇਹਨਾਂ ਨੂੰ ਇਸ਼ੂ ਕਰ ਰਹੇ ਆ। ਕਿਉਂਕਿ ਦੇਖਿਆ ਜਾਵੇ ਅਗਰ ਆਪਾਂ ਸੋਚੀਏ ਕਿ ਨਹੀਂ, ਆਪਾਂ ਜੇ ਕਹੀਏ ਵੀ ਐਮ ਕਾਲਜ ਵਾਲੇ ਫਰੋਡ ਸੀਗੇ, ਇੱਥੇ ਨਹੀਂ ਜਾਣਾ ਚਾਹੀਦਾ ਸੀ, ਤੁਹਾਨੂੰ ਨਹੀਂ ਅਪਲਾਈ ਕਰਨਾ ਚਾਹੀਦਾ ਸੀ, ਇੱਦਾਂ ਤਾਂ ਹੁਣ ਨੰਬਰਸ ਆਫ ਕਾਲਜਸ ਹੈਗੇ ਆ ਜਿਹੜੇ DLA ਅਪਰੂਵਡ ਹੈ। ਕੱਲ੍ਹ ਨੂੰ ਕੋਈ ਵੀ ਕਾਲਜ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਤਾਂ ਬਹੁਤ ਈਜ਼ੀ ਹੈ, ਪੈਸੇ ਇਕੱਠੇ ਕਰੋ, ਆਪਣੇ ਆਪ ਨੂੰ ਬੈਂਕਰਪਟ ਸ਼ੋ ਕਰ ਦਿਓ ਤੇ ਸਾਈਡ ਤੇ ਹੋ ਜਾਓ, ਇੱਦਾਂ ਤਾਂ ਫਿਰ ਕੱਲ੍ਹ ਨੂੰ ਹਰੇਕ ਕਾਲਜ ਕਰ ਸਕਦਾ, ਫਿਰ ਤਾਂ ਕਿਸੇ ਵੀ ਸਟੂਡੈਂਟ ਦਾ ਫਿਊਚਰ ਸਿਕਿਉਰ ਰਿਹਾ ਹੀ ਨਹੀਂ। ਸੋ ਬੇਸਿਕਲੀ ਇਹ ਹੁਣ ਇੱਥੇ ਕੈਨੇਡੀਅਨ ਗਵਰਨਮੈਂਟ ਦੀ ਵੀ ਰਿਸਪੌਂਸਿਬਿਲਿਟੀ ਹੈ ਕਿ ਕਿਸ ਬੇਸ ਤੇ DLA ਅਪਰੂਵ ਕਰ ਰਹੇ ਉਹਨਾਂ ਦਾ, ਕੀ ਦੇਖਦੇ ਆ, ਕੀ ਬੈਕਗਰਾਊਂਡ ਦੇਖਦੇ ਆ, ਕੀ ਓਨਰਸ ਦੀ ਉਹ ਪ੍ਰੋਫਾਈਲ ਦੇਖਦੇ ਆ। ਸੋ ਇਹ ਚੀਜ਼ਾਂ ਹੈਗੀਆਂ, ਕਿਉਂਕਿ ਸਾਡੇ ਕੋਲ ਵੀ ਹੁਣ ਇੱਥੇ ਬੈਠ ਕੇ ਕਾਲਜ ਦੇ ਬਾਰੇ ਬੈਕਗਰਾਊਂਡ ਜੋ ਉਹਨਾਂ ਦੀ ਹਿਸਟਰੀ ਆ ਉਹ ਦੇਖਣ ਦਾ ਕੋਈ ਹੈ ਹੀ ਨਹੀਂ। ਅਸੀਂ ਸਭ ਤੋਂ ਪਹਿਲਾਂ ਆਫੀਸ਼ੀਅਲ ਵੈਬਸਾਈਟ ਤੇ ਜਾਂਦੇ ਹਾਂ ਤੇ DLI ਨੰਬਰ ਹੀ ਚੈੱਕ ਕਰਦੇ ਹਾਂ, ਦੈਟਸ ਇਟ। ਜੀ ਬਿਲਕੁਲ। ਗੁਰਵਿੰਦਰ ਜੀ, ਆਖਰੀ ਸਵਾਲ ਹੈਗਾ ਤੁਹਾਡੇ ਤੋਂ ਕਿ ਹੁਣ ਇਸ ਪੂਰੇ ਮਾਮਲੇ ਤੇ ਅਗਲਾ ਸਟੈਪ ਕੀ ਹੋਏਗਾ?
ਮੈਮ ਇਸ ਪੂਰੇ ਮਾਮਲੇ ਤੋਂ ਹੁਣ ਅਗਲਾ ਸਟੈਪ ਤਾਂ ਸਾਡਾ ਇਹ ਹੋਊਗਾ ਹਨਾ, ਤੇ ਜੋ ਕਮੇਟੀ ਬਣਾਈ ਅਸੀਂ ਨੇ, ਅਸੀਂ ਮਤਲਬ ਜਿਵੇਂ ਇੱਥੇ ਅੰਜੂ ਢਿੱਲੋਂ ਆ ਹਨਾ, ਸਾਡੇ ਇੱਥੇ ਲਸਾਲ ਦੇ ਹਨਾ ਜਿੱਥੇ ਕਾਲਜ ਹੈਗਾ ਇਹ, ਉੱਥੋਂ ਦੇ ਸ਼ਾਇਦ ਉਹ ਮੇਅਰ ਆ ਹਨਾ, ਤੇ ਉਹਨਾਂ ਨੂੰ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਆ, ਤੇ ਉਸ ਤੋਂ ਬਾਅਦ ਅਸੀਂ ਨੇ ਬੱਚਿਆਂ ਦੀ ਇੱਕ ਕਮੇਟੀ ਬਣਾਈ ਆ ਹਨਾ। ਜੇ ਤਾਂ ਸਾਨੂੰ ਕੋਈ ਇਸ ਕਾਲਜ ਵੱਲੋਂ ਜਾਂ ਇਹਨਾਂ ਤੋਂ ਕੋਈ ਸਾਨੂੰ ਕੋਈ ਰਿਸਪੌਂਸ ਆਉਂਦਾ ਫਿਰ ਤਾਂ ਠੀਕ ਹੈ ਗੱਲ ਹਨਾ, ਨਹੀਂ ਫਿਰ ਅਸੀਂ ਉਸ ਤੋਂ ਬਾਅਦ ਕੋਈ ਮੰਨ ਕੇ ਚੱਲੋ ਵੀ ਅਸੀਂ ਇੱਕ ਨੈਕਸਟ ਸਟੈਪ ਚੱਕਾਂਗੇ, ਅਸੀਂ ਸਾਰੇ ਜਣੇ ਯੂਨਾਈਟ ਹੋ ਕੇ ਹਨਾ, ਕਿਸੇ ਪੋਲੀਟੀਕਲ ਪਾਰਟੀ ਦੇ ਸਾਹਮਣੇ ਜਾ ਕੇ ਜਾਂ ਜੋ ਵੀ ਲਾ ਲਓ ਪ੍ਰੋਟੈਸਟ ਦੇ ਰੂਪ ਚ ਕਰੀਏ ਜਾਂ ਕੋਈ ਗੈਦਰਿੰਗ ਕਰੀਏ ਅਸੀਂ ਹਨਾ, ਸਾਡੀ ਜਿਹੜੀ ਆਵਾਜ਼ ਆ ਉਹ ਅੱਗੇ ਤੱਕ ਪਹੁੰਚਾਉਣ ਵਾਸਤੇ ਅਸੀਂ ਜੋ ਹੈ ਸਾਰੇ ਸਟੂਡੈਂਟ ਇਕੱਠੇ ਹੋਵਾਂਗੇ। ਤੇ ਹੁਣ ਫਿਲਹਾਲ ਦੀ ਘੜੀ ਅਸੀਂ ਕੀ ਕਰ ਰਹੇ ਹਾਂ, ਅਸੀਂ ਬੱਚਿਆਂ ਦੇ ਮੰਨ ਕੇ ਚਲੋ ਜਿੰਨੇ ਵੀ ਇੰਡੀਆ ਦੇ ਵਿੱਚ ਬੈਠੇ ਆ ਜਿਨ੍ਹਾਂ ਦਾ ਰਿਫੰਡ ਉੱਥੋਂ ਫਸਿਆ ਹੋਇਆ, ਉਹਨਾਂ ਦੀ ਡਿਟੇਲਸ ਇਕੱਠੀ ਕਰ ਰਹੇ ਹਾਂ ਵੀ ਕਿੱਥੋਂ ਤੁਸੀਂ ਲਵਾਇਆ ਤੇ ਕਿੰਨਾ ਤੁਸੀਂ ਨੇ ਪੈਸਾ ਖਰਚ ਕੀਤਾ ਇਹਦੇ ਵਿੱਚ, ਕਿੰਨੀ ਫੀਸ ਭਰੀ ਆ, ਕਿੰਨਾ ਟਾਈਮ ਹੋ ਗਿਆ ਤੁਹਾਨੂੰ, ਕਿਉਂਕਿ ਬੱਚਿਆਂ ਨੂੰ ਤੁਸੀਂ ਇਹ ਮੰਨ ਕੇ ਚਲੋ ਵੀ ਮਈ 20 ਫੈਬ ਤੋਂ ਲੈ ਕੇ ਮਾਰਚ ਤੱਕ ਦੇ ਜਿਹੜੇ 2020 ਦੇ ਬੱਚਿਆਂ ਦੇ ਪੈਸੇ ਭਰੇ ਆ, ਆਲਮੋਸਟ 2 ਸਾਲ ਹੋ ਗਏ ਆ, ਠੀਕ ਹੈ ਨਾ, ਜਿਹੜੇ ਬੱਚੇ ਫਸੇ ਹੋਏ ਆ 2 ਸਾਲ ਹੋ ਗਿਆ, ਤੇ 2 ਸਾਲਾਂ ਦੇ ਵਿੱਚ ਚਲੋ ਆਪਾਂ 6 ਮਹੀਨੇ ਮੰਨ ਕੇ ਚੱਲੀਏ ਕਰੋਨਾ ਦੇ ਕੱਢ ਦਿੰਦੇ ਆਗੇ, ਤੇ ਉਸ ਤੋਂ ਬਾਅਦ ਜਿੰਨਾ ਵੀ ਟਾਈਮ ਖਰਾਬ ਹੋਇਆ ਇਹ ਸਾਰਾ ਕਾਲਜਸ ਦੀ ਵਜ੍ਹਾ ਨਾਲ ਹੋਇਆ, ਜੋ ਇਹਨਾਂ ਦੇ ਦਸੰਬਰ ਦੇ ਵਿੱਚ ਹਨਾ, ਠੀਕ ਹੈ, ਇਹਨਾਂ ਦੇ CAQ ਜੋ ਵੀ ਇਹਨਾਂ ਨੇ ਸਸਪੈਂਡ ਕੀਤੇ ਆ ਹਨਾ ਗਵਰਨਮੈਂਟ ਨੇ, ਉਹਦਾ ਵੀ ਇਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਹੈਗਾ, ਕਾਲਜਸ ਨੇ ਕਿਸੇ ਨੂੰ ਨੋਟੀਫਾਈ ਨਹੀਂ ਕੀਤਾ, ਉਹ ਵੀ ਬਾਹਰੋਂ ਹੀ ਪਤਾ ਲੱਗਿਆ ਬੱਚਿਆਂ ਨੂੰ ਵੀ ਹਾਂ ਸਾਡੇ ਕਾਲਜ ਆ ਜਿਹੜੇ ਉਹ ਇੱਕ ਤਰੀਕੇ ਨਾਲ ਬਲੈਕ ਲਿਸਟਡ ਹੋ ਚੁੱਕੇ ਨੇ ਹਨਾ, ਠੀਕ ਹੈ। ਸਸਪੈਂਸ਼ਨ ਦਾ ਕੁਝ ਨਹੀਂ ਦੱਸਿਆ, ਲਾਰੇ ਲਾਏ ਗਏ ਇਹਨਾਂ ਦੇ ਕਾਲਜਸ ਵੱਲੋਂ, ਤੇ ਹੁਣ ਅਸੀਂ ਨੈਕਸਟ ਸਟੈਪ ਇਹੀ ਚੱਕਾਂਗੇ ਵੀ ਅਸੀਂ ਬੱਚਿਆਂ ਨੂੰ ਯੂਨਾਈਟ ਕਰਾਂਗੇ, ਠੀਕ ਹੈ ਨਾ, ਕਿਉਂਕਿ ਇਹ ਇੱਕ ਇਕੱਲੇ ਦੇ ਬੱਚੇ ਦੀ ਲੜਾਈ ਹੈ ਨਹੀਂ, ਜੇ ਮੈਂ ਕਹਿੰਦਾ ਮੇਰੇ ਇਕੱਲੇ ਦੀ ਆ ਜਾਂ ਦੀਪਾਕਸ਼ੀ ਦੀ ਆ ਜਾਂ ਕਿਸੇ ਵੀ ਮਨਜੋਤ ਦੀ ਆ ਹਨਾ, ਇਹ ਸਾਰਿਆਂ ਦੀ ਇਕੱਠਿਆਂ ਦੀ ਆ, ਤੇ ਅਸੀਂ ਇਕੱਠੇ ਹੋ ਕੇ ਲੜਾਂਗੇ, ਤੇ ਜੋ ਵੀ ਸਾਡੀ ਮੰਨ ਕੇ ਚਲੋ ਕਮੇਟੀ ਜਾਂ ਜੋ ਸਾਡੇ ਅੱਗੇ ਜਿਹੜੇ ਬੰਦੇ ਆ ਹਨਾ, ਜੋ ਸਾਡਾ ਸਾਂਝਾ ਫੈਸਲਾ ਆਊਗਾ ਅਸੀਂ ਉਸ ਦੇ ਹਿਸਾਬ ਨਾਲ ਚੱਲਾਂਗੇ ਕਿ ਲਾਇਰ ਕਰਨਾ ਅੱਗੇ, ਜਾਂ ਕੋਈ ਅਸੀਂ ਪ੍ਰੋਟੈਸਟ ਕਰਨਾ, ਜਾਂ ਕੋਈ ਗੈਦਰਿੰਗ ਕਰਨੀ ਹੈ, ਜਾਂ ਸਾਡੀ ਕੋਈ ਆਵਾਜ਼ ਅਸੀਂ ਮੀਡੀਆ ਤੱਕ ਲੈ ਕੇ ਜਾਣੀ ਹੈ, ਮਤਲਬ ਉਹ ਸਾਡਾ ਨੈਕਸਟ ਸਟੈਪ होगा इस चीज ਦੇ ਵਿੱਚ। कि इस टाइम पे जो हमें प्रॉब्लम्स फेस करनी पड़ रही है, लाइक हमारी स्टूडेंट सर्विसेज सारी ही जा चुकी है ना, हम काम तो चलो छोड़ो, लेकिन हमारी जो स्टडी है वो इस टाइम पे पॉज पे है, जो हम नहीं चाहते, क्योंकि हम इंटरनेशनल स्टूडेंट है, हम इंडिया से पढ़ने आए थे यहाँ पे, बट राइट नाउ हमारा कॉलेज जो है वो बिल्कुल बंद है, जिस वजह से हमें स्टडी हम आगे नहीं कर पा रहे। 1-1.5 साल हम इंडिया में जब पढ़ रहे थे, जब हम AIP लेके बैठे थे और इंडिया से स्टडी कर रहे थे, हमारा मोटिव ये था कि हमें वहां जाके एक एजुकेशन अच्छी मिलेगी, लेकिन राइट नाउ ना हमें कॉलेज रिस्पॉन्ड कर रहा है, हमने इतने सारे ट्वीट्स किए हुए हैं उसका कोई रिवर्ट नहीं आ रहा, जो मेल्स की हुई हैं कॉलेज को उसका कोई रिवर्ट नहीं आ रहा, जो हायर मिनिस्ट्री को मेल्स की गई हैं उसका कोई रिवर्ट नहीं आ रहा। और सेकंड जो प्रॉब्लम आज देखने को मिल रही है वो ये देखने को मिल रही है कि जो हमारे CAQ हैं या स्टडी परमिट है, अगर हम वो एक्सटेंड करवाना चाहें तो किस बेसिस पर हम एक्सटेंड करवाएं, कौन सा कॉलेज हमें ऑफर लेटर या कौन सा कॉलेज हमें LOA ये देगा, क्योंकि अगर हम बच्चे ये सोच रहे हैं कि हमें अगर हम कॉलेज चेंज भी करते हैं तो हमारे पास फीस नहीं है, क्योंकि हम एक बहुत ज्यादा फीस पे कर चुके हैं। $30,000 इज अ वेरी ह्यूज अमाउंट, क्योंकि हम किसी और कॉलेज में भी जाते हैं वहां पे भी 1-1.5 साल हम और स्टडी करते हैं तो और पैसे लगेंगे, काफी कॉलेजेस सामने आ रहे हैं राइट नाउ, लेकिन उससे कह रहे हैं कि आप स्टडी कर सकते हो, उसके अंदर आपको क्रेडिट्स जो हैं वो पिछले दे दिए जाएंगे, लेकिन इस टाइम पे ये प्रॉब्लम है कि हम उन कॉलेजेस में भी जाकर नहीं पढ़ सकते। राइट नाउ हमारा मोटिव ये है कि जिन कॉलेजेस में हम ऑलरेडी स्टडी कर रहे थे उन कॉलेजेस को या गवर्नमेंट कुछ ऐसा करे कि हम लोगों के लिए एक अलग से कॉलेज सेटअप करे, जिसके अंदर जो बाकी बच्चों की फीस रह गई है थोड़ी थोड़ी हम वो पे करने के लिए भी रेडी हैं, लेकिन हम ये नहीं चाहते कि हमारा जो 1.5 साल हमने लगाया इन कॉलेजेस में इंडिया बैठ के हम पढ़ रहे थे वो हमारी जो स्टडी है वो वेस्ट हो जाए। ਇੱਕ ਗੱਲ ਹੋਰ ਸੀਗੀ ਕਿ ਜਿਵੇਂ CAQ ਦੀ ਗੱਲ ਆ ਹਨਾ, ਕਿ ਹੁਣ ਕਈ ਬੱਚਿਆਂ ਦਾ CAQ ਲਾਈਕ ਜਿਹੜੇ ਮੇਰੇ ਨਾਲ ਆਏ ਸੀਗੇ 2020 ਸਤੰਬਰ ਇਨਟੇਕ ਚ, ਉਹਨਾਂ ਦਾ ਮੋਸਟਲੀ 30 ਅਪ੍ਰੈਲ ਤੋਂ ਖਤਮ ਹੋ ਜਾਣਾ, ਮਤਲਬ ਫਿਨਿਸ਼ ਹੋ ਜਾਣਾ, ਉਹਨਾਂ ਦਾ ਡੈਡਲਾਈਨ ਖਤਮ ਹੋ ਜਾਣੀ ਆ। ਉਹ ਹੁਣ ਅਸੀਂ ਅਪਲਾਈ ਨਹੀਂ ਕਰ ਸਕਦੇ, ਕਿਉਂਕਿ ਜਦੋਂ ਅਪਲਾਈ ਕੀਤਾ ਸਾਡੇ ਵਿੱਚੋਂ 2-3 ਜਣੇ ਨੇ ਉਹਨਾਂ ਦਾ CAQ ਰਿਫਿਊਜ਼ ਹੋ ਗਿਆ, ਤੇ CAQ ਨਹੀਂ ਹੈਗਾ ਕਿਊਬਕ ਚ, ਮਤਲਬ ਆਪਾਂ ਪੜ੍ਹ ਨਹੀਂ ਸਕਦੇ। ਫਿਰ ਜੇ ਆਪਾਂ ਪੜ੍ਹਨ ਮਤਲਬ CAQ ਨਹੀਂ ਹੈਗਾ ਫਿਰ ਆਪਾਂ ਨੂੰ ਸਟੱਡੀ ਪਰਮਿਟ ਵੀ ਨਹੀਂ ਹੈਗਾ। ਲਾਈਕ ਹੁਣ ਸਾਡੇ ਵਿੱਚੋਂ ਕਈ ਜਾਣੇ ਜਿਹੜੇ ਆ 30 ਅਪ੍ਰੈਲ ਤੱਕ ਬਸ ਪੜ੍ਹ ਸਕਦੇ ਨੇ, ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਸਾਡੇ ਨਾਲ ਕੀ ਹੋਊਗਾ, ਸਾਡੇ ਕੋਲ ਕਿਹੜਾ ਲੀਗਲ ਵੇ ਆ ਸਾਡੇ ਨਾਲ ਰਹਿਣ ਦਾ ਕਿ ਨਹੀਂ ਆ। ਇਸ ਕਰਕੇ ਕਿ ਇਸ ਚੀਜ਼ ਤੇ ਵੀ ਮੁੱਦਾ ਉਠਾਇਆ ਜਾਏ, ਇਹਨਾਂ ਬੱਚਿਆਂ ਨੂੰ ਮਤਲਬ ਜਿਨ੍ਹਾਂ ਦੇ CAQ ਹੁਣ ਰਿਫਿਊਜ਼ ਹੋਏ ਆ ਜਾਂ ਫਿਰ ਜਿਨ੍ਹਾਂ ਨੇ ਅਪਲਾਈ ਕਰਨੇ ਆ, ਉਹਨਾਂ ਨੂੰ ਵੀ ਤੁਸੀਂ ਆਪਣੇ ਵੱਲੋਂ ਕੋਈ ਗੱਲ ਰੱਖਿਓ ਤਾਂ ਕਿ ਜਿਹੜੀ ਗਵਰਨਮੈਂਟ ਸਾਨੂੰ ਉਹਦੇ ਲਈ ਵੀ ਹੈਲਪ ਕਰੇ। ਕਿਉਂਕਿ ਜੇ ਆਪਾਂ ਦੇਖਿਆ ਜਾਵੇ ਤੇ ਜਦੋਂ ਕਰੋਨਾ ਵਾਇਰਸ ਦਾ ਟਾਈਮ ਸੀਗਾ ਉਦੋਂ ਵੀ ਕਈ ਬੱਚਿਆਂ ਦੀ ਸੇਮ ਪ੍ਰੋਬਲਮ ਆਈ ਸੀ, ਕਈਆਂ ਦੇ ਵਰਕ ਪਰਮਿਟ ਜਿਹੜੇ ਸੀਗੇ ਐਮਬੈਸੀ ਵੱਲੋਂ ਐਕਸਟੈਂਡ ਕਰਨ ਦੇ ਅੱਗੇ
ਟਾਈਮ ਪੀਰੀਅਡ ਕਾਫੀ ਲੰਬਾ ਚਲੇ ਗਿਆ ਸੀਗਾ, ਪਰ ਉਹਨਾਂ ਨੇ ਟੈਂਪਰੇਰੀ ਪੋਜ਼ ਦਿੱਤਾ ਸੀਗਾ ਕਿ ਟੈਂਪਰੇਰੀ ਤੁਸੀਂ ਰਹਿ ਸਕਦੇ ਜੇ। ਫਿਰ ਕੁਝ ਐਵੇਂ ਦਾ ਹੱਲ ਵੀ ਸਾਡੇ ਲਈ ਕੀਤਾ ਜਾਵੇ ਜਿਸ ਨਾਲ ਕਿ ਅਸੀਂ ਆਪਣੀ ਸਟੱਡੀ ਵੀ ਕੰਟੀਨਿਊ, ਮਤਲਬ ਆਪਣਾ CAQ ਅਸੀਂ ਇੱਥੇ ਲੀਗਲ ਵੇ ਨਾਲ ਰਹੀਏ ਤੇ ਨਾਲ ਜਿਹੜਾ ਸਾਡਾ ਜਿਹੜਾ ਕੰਮ ਕਰਨ ਲੱਗੇ ਰਹੇ ਆ, ਹਨਾ। ਜੀ ਪੀਟੀਸੀ ਪੰਜਾਬੀ ਕੈਨੇਡਾ ਦੀ ਟੀਮ ਵੱਲੋਂ ਲਗਾਤਾਰ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਨਾਲ ਹੀ ਅਸੀਂ ਤੁਹਾਡੇ ਨਾਲ ਵੀ ਜੁੜੇ ਰਹਾਂਗੇ ਤਾਂ ਜੋ ਅਸੀਂ ਆਪਣੇ ਦਰਸ਼ਕਾਂ ਤੱਕ ਇਸ ਪੂਰੇ ਮਾਮਲੇ ਦੀ ਤਾਜ਼ਾ ਜਾਣਕਾਰੀ ਪਹੁੰਚਾਉਂਦੇ ਰਹੀਏ। ਬਹੁਤ-ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ। ਸੋ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਜੇਕਰ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@ptsnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ।